ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰਹਿ ਕਬਹੂ ਨਾ ਛਾਡੈ ਖੇਤ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰਹਿ ਕਬਹੂ ਨਾ ਛਾਡੈ ਖੇਤ। ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਦਿਹਾੜੇ ਹੁਣ ਚੱਲ ਰਹੇ ਨੇ, ਸਮੁੱਚੀਆਂ ਸੰਗਤਾਂ ਸਤਿਗੁਰਾਂ ਦੇ ਪਰਿਵਾਰ ਜਾਨ ਤੋਂ ਪਿਆਰੇ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦੀਆਂ ਨੇ। ਪਹਿਲਾਂ ਵੀ ਆਪਾਂ ਵਿਚਾਰਿਆ ਸੀ, ਵਿਲੱਖਣ ਕਿਸਮ ਦਾ ਇਤਿਹਾਸ ਸਿਰਜ ਕੇ ਗਏ ਨੇ ਸਤਿਗੁਰੂ ਜੀ। ਦੁਨੀਆ ਦੇ ਇਤਿਹਾਸ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ, ਜਿਸ ਤਰ੍ਹਾਂ ਦਾ ਇਤਿਹਾਸ ਸਤਿਗੁਰੂ ਜੀ ਸਿਰਜ ਕੇ ਗਏ ਨੇ। ਇਸੇ ਕਰਕੇ ਸਿੱਖ ਕੌਮ ਦੁਨੀਆ ਦੇ ਨਕਸ਼ੇ 'ਤੇ ਅੱਜ ਵੀ ਇੱਕ ਧਰੂ ਤਾਰੇ ਦੀ ਜਗ੍ਹਾ ਦੀ ਤਰ੍ਹਾਂ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਇੱਕ ਵੱਖਰਾ ਰੰਗ ਹੈ ਦੁਨੀਆ ਦੇ ਉੱਪਰ ਖਾਲਸੇ ਦਾ, ਵੱਖਰਾ ਰੰਗ ਹੈ ਦੁਨੀਆ ਦੇ ਉੱਪਰ ਸਿੱਖੀ ਦਾ। ਕਿਉਂਕਿ ਸਤਿਗੁਰਾਂ ਨੇ ਜੋ ਉਪਦੇਸ਼ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ, ਉਹ ਅਸਲ ਵਿੱਚ ਅਗਵਾਈ ਸੁੱਚੀ ਮਾਨਵਤਾ ਦੀ ਕਰਦਾ ਹੈ। ਉਹ ਭਲਾ ਹੀ ਮਾਨਵਤਾ ਦਾ ਚਾਹੁੰਦਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ 12 ਦੇ ਵਿੱਚ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਤਾਂ ਹੀ ਹੈ, ਵੱਖਰਾ ਤਾਂਹੀਓ ਹੈ ਕਿਉਂਕਿ ਸਮੁੱਚੀ ਮਾਨਵਤਾ ਦੀ ਅਗਵਾਈ ਕਰਦਾ ਹੈ। ਜੋ ਸੰਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਜੋ ਇਤਿਹਾਸ, ਜੋ ਸਿਧਾਂਤ ਸਾਡੀ ਝੋਲੀ ਵਿੱਚ ਸਤਿਗੁਰੂ ਜੀ ਪਾ ਕੇ ਗਏ ਨੇ। 6 ਤੇ 7 ਪੋਹ ਦੀ ਰਾਤ ਹੈ, ਜਦੋਂ ਸਤਿਗੁਰੂ ਜੀ ਨੇ ਪਰਿਵਾਰ ਸਮੇਤ, ਸਿੰਘਾਂ ਸਮੇਤ ਚਮਕੌਰ ਦੀ ਗੜੀ ਨੂੰ, ਵਾਹਿਗੁਰੂ,
ਅਨੰਦਪੁਰ ਸਾਹਿਬ ਨੂੰ ਛੱਡਿਆ। 6 ਤੇ 7 ਪੋਹ ਦੀ ਰਾਤ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਸਤਿਗੁਰੂ ਜੀ ਛੱਡਦੇ ਨੇ। ਛੱਡਣ ਤੋਂ ਬਾਅਦ ਜਿਉਂ ਹੀ ਸਿੰਘਾਂ ਸਮੇਤ ਗੁਰੂ ਜੀ ਰੋਪੜ ਵੱਲ ਨੂੰ ਜਾਂਦੇ ਆ ਤੇ ਪਿੱਛੋਂ ਫੌਜਾਂ ਕਿਲ੍ਹੇ ਦੇ ਅੰਦਰ ਵੜਦੀਆਂ ਨੇ। ਉਸ ਕਿਲ੍ਹੇ ਨੂੰ ਲੁੱਟਦੀਆਂ ਨੇ। ਕਿਉਂਕਿ ਮਨਸਾ ਤੇ ਭਾਵਨਾ ਜਿੱਦਾਂ ਦੀ ਹੋਵੇ ਬੰਦਾ ਉਸ ਤਰੀਕੇ ਦਾ ਕੰਮ ਕਰਦਾ ਹੈ। ਸਤਿਗੁਰਾਂ ਨੇ ਭਾਵੇਂ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਨਮਾਨ ਕੀਤਾ, ਪਰ ਉਹ ਲੋਕ ਆਪਣੇ ਕੀਤੇ ਉੱਪਰ ਖੜ ਨਾ ਸਕੇ। ਉਹ ਲੋਕ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਗਏ। ਅਨੰਦਪੁਰ ਸਾਹਿਬ ਨੂੰ ਲੁੱਟ ਕੇ ਉਹਨਾਂ ਨੇ ਪਿੱਛੋਂ ਆਣ ਕੇ ਗੁਰੂ ਸਾਹਿਬ ਅਤੇ ਗੁਰੂ ਦੀਆਂ ਫੌਜਾਂ ਦੇ ਉੱਪਰ ਹਮਲਾ ਕੀਤਾ। ਰੋਪੜ ਵੱਲ ਨੂੰ ਗਏ ਨੇ। ਪਿੱਛੋਂ ਦੀ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਦੇ ਕਿਨਾਰੇ ਤੱਕ ਪਹੁੰਚਦਿਆਂ ਕਈ ਛੋਟੇ ਛੋਟੇ ਝੜਪਾਂ ਹੋਈਆਂ। ਗੁਰੂ ਦੀਆਂ ਫੌਜਾਂ ਅਤੇ ਮੁਗਲ ਫੌਜਾਂ ਤੇ ਪਠਾਣਾਂ ਦੀਆਂ ਫੌਜਾਂ ਦੇ ਵਿਚਕਾਰ, ਹਿੰਦੂ ਰਾਜਿਆਂ ਦੀਆਂ ਫੌਜਾਂ ਦੇ ਵਿਚਕਾਰ ਸਰਸਾ ਦੇ ਕਿਨਾਰੇ ਤੱਕ ਪਹੁੰਚਦਿਆਂ ਕਈ ਝੜਪਾਂ ਹੋਈਆਂ। ਬਾਬਾ ਅਜੀਤ ਸਿੰਘ ਜੀ ਉਸ ਸਮੇਂ ਜਦੋਂ ਇਹ ਮੁਗਲ ਫੌਜਾਂ ਹਮਲਾ ਕਰਦੀਆਂ ਨੇ ਤਾਂ ਉਹ ਗੁਰੂ ਦੀਆਂ ਫੌਜਾਂ ਦੀ ਅਗਵਾਈ ਕਰਦੇ ਹੋਏ ਬਾਬਾ ਅਜੀਤ ਸਿੰਘ ਜੀ ਉੱਥੇ ਮੈਦਾਨੇ ਜੰਗ ਵਿੱਚ ਡਟੇ ਹੋਏ ਨੇ। ਨਾਲ ਹੀ ਭਾਈ ਉਦੈ ਸਿੰਘ 50 ਸਿੰਘਾਂ ਦੇ ਜਥੇ ਸਮੇਤ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਭਾਈ ਜੀਵਨ ਸਿੰਘ 100 ਸਿੰਘਾਂ ਦੇ ਜਥੇ ਸਮੇਤ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਭਾਈ ਬਚਿੱਤਰ ਸਿੰਘ ਉੱਥੇ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਨੇ। ਇਸ ਲੜਾਈ ਦੇ ਵਿੱਚ ਇੰਨੇ ਜ਼ਖਮੀ ਹੋ ਜਾਂਦੇ ਨੇ ਭਾਈ ਬਚਿੱਤਰ ਸਿੰਘ, ਉਹਨਾਂ ਨੂੰ ਘੋੜੇ ਉੱਪਰ ਲੱਦ ਕੇ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਘੋੜੇ ਉੱਪਰ ਲੱਦ ਕੇ ਕੋਟਲਾ ਨਿਹੰਗ ਖਾਂ ਦੇ ਘਰ ਲੈ ਕੇ ਜਾਂਦੇ ਨੇ। ਕੁਝ ਸਿੰਘ ਨੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨਾਲ ਸਾਹਿਬਜ਼ਾਦੇ ਪਰਿਵਾਰ ਕੋਟਲਾ ਨਿਹੰਗ ਖਾਂ ਦੇ ਘਰ ਜਾਂਦੇ ਨੇ। ਰੋਪੜ ਦੇ ਨੇੜੇ ਕਸਬਾ ਹੈ ਜਿੱਥੇ ਕਾਫੀ ਲੰਮੇ ਸਮੇਂ ਤੋਂ ਪਠਾਨ ਨੇ ਜਿਹੜੇ ਰਹਿੰਦੇ ਆ। ਇਹ ਕੋਟਲਾ ਨਿਹੰਗ ਖਾਂ ਇਹ ਇੱਕ ਦਿਨ ਦਾ ਰਿਸ਼ਤਾ ਨਹੀਂ ਗੁਰੂ ਸਾਹਿਬ ਨਾਲ ਇਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਕੋਟਲਾ ਨਿਹੰਗ ਖਾਂ ਦਾ ਪਿਤਾ ਨੌਰੰਗ ਖਾਨ, ਉਹਨਾਂ ਦੇ ਬਾਪ ਦਾਦੇ ਗੁਰੂ ਹਰਗੋਬਿੰਦ ਮਹਾਰਾਜਿਆਂ ਨਾਲ ਬਹੁਤ ਜ਼ਿਆਦਾ ਨੇੜਤਾ ਰੱਖਦੇ ਸਨ। ਬੜੇ ਸ਼ਰਧਾਲੂ ਸਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ। ਕੋਟਲਾ ਨਿਹੰਗ ਖਾਂ ਦੇ ਪਿਤਾ ਨੌਰੰਗ ਖਾਂ ਤੇ ਉਹਨਾਂ ਦੇ ਬਾਪ ਦਾਦੇ, ਭਾਵ ਕਿ ਕਾਫੀ ਲੰਮੇ ਸਮੇਂ ਤੋਂ ਉਹ ਗੁਰੂ ਘਰ ਨਾਲ ਜੁੜੇ ਹੋਏ ਸੀ। ਜੇ ਗਨੀ ਖਾਂ, ਨਵੀ ਖਾਂ ਹੋਰਾਂ ਦਾ ਵੀ ਇਤਿਹਾਸ ਦੇਖੀਏ, ਉਹ ਕੋਈ ਇੱਕ ਦਿਨ ਦੇ ਨਹੀਂ ਵੀ ਇੱਕ ਦਿਨ ਮੁਲਾਕਾਤ ਹੋਈ। ਇਹਨਾਂ ਦੇ ਖਾਨਦਾਨ ਪਿੱਛੇ ਤੋਂ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਸੀ, ਇਹ ਇੱਕ ਦਿਨ ਵਿੱਚ ਉਹਨਾਂ ਅੰਦਰ ਐਡੀ ਸ਼ਰਧਾ ਤੇ ਭਾਵਨਾ ਪੈਦਾ ਨਹੀਂ ਹੋਈ ਵੀ ਆਪਣੀਆਂ ਜ਼ਿੰਦਗੀਆਂ ਉਹਨਾਂ ਨੇ ਜੋਖਮ ਵਿੱਚ ਪਾ ਲਈਆਂ। ਉਹ ਕੋਈ ਇੱਕ ਦਿਨ ਦਾ ਖੇਡਾ ਨਹੀਂ। ਇਹਨਾਂ ਦੇ ਪਿਛੋਕੜ ਨੂੰ ਜਦ ਪੜ੍ਹਦੇ ਹਾਂ ਆਪਾਂ, ਇਹ ਪਿੱਛੇ ਤੋਂ ਪਰਿਵਾਰ ਜੁੜੇ ਹੋਏ ਨੇ। ਜਿਵੇਂ ਕੋਟਲਾ ਨਿਹੰਗ ਖਾਂ ਦਾ ਪਰਿਵਾਰ, ਇਹਦੇ ਪਿਤਾ ਨਿਹੰਗ
ਨੌਰੰਗ ਖਾਨ ਅੱਗੇ ਉਹਨਾਂ ਦੇ ਬਾਪ ਦਾਦੇ ਗੁਰੂ ਹਰਗੋਬਿੰਦ ਜੀ ਮਹਾਰਾਜਿਆਂ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਜਿਹੜਾ ਫਿਰ ਪਰਿਵਾਰ ਅੱਗੇ ਕੋਟਲਾ ਨਿਹੰਗ ਖਾਂ ਵੀ ਸ਼ਰਧਾ ਰੱਖਦਾ, ਸਤਿਗੁਰਾਂ ਦਾ ਬੜਾ ਸਤਿਕਾਰ ਕਰਦਾ। ਗੁਰੂ ਹਰਗੋਬਿੰਦ ਮਹਾਰਾਜ ਲੰਘਦੇ ਕਰਦੇ ਇਹ ਕੋਟਲਾ ਨਿਹੰਗ ਖਾਂ ਇਹਨਾਂ ਦੇ ਪਿਤਾ ਕੋਲ, ਇਹਨਾਂ ਦੇ ਬਾਪ ਦਾਦਿਆਂ ਕੋਲ, ਉਹ ਲੰਘਦੇ ਕਰਦੇ ਅੱਗੇ ਵੀ ਖੜ੍ਹਦੇ ਰਹਿੰਦੇ ਸੀ ਇਸ ਪਰਿਵਾਰ ਕੋਲ। ਬੜੀ ਗੂੜ੍ਹੀ ਨੇੜਤਾ ਸੀ। ਇਸੇ ਕਰਕੇ ਸਤਿਗੁਰੂ ਜੀ ਨਾਲ ਪਰਿਵਾਰ ਹੈ ਅਤੇ ਭਾਈ ਬਚਿੱਤਰ ਸਿੰਘ ਨੂੰ ਐਡੀ ਜ਼ਖਮੀ ਹਾਲਤ ਦੇ ਵਿੱਚ ਉਸ ਘਰ ਵਿੱਚ ਲੈ ਕੇ ਗਏ ਨੇ। ਹੁਣ ਉਸ ਘਰ ਦੇ ਵਿੱਚ ਲੈ ਕੇ ਜਾਂਦੇ ਨੇ, ਉੱਥੇ ਭਾਈ ਬਚਿੱਤਰ ਸਿੰਘ ਦੀ ਮੱਲ੍ਹਮ ਪੱਟੀ ਕੀਤੀ ਜਾਂਦੀ ਆ। ਫਸਟ ਏਡ ਜਿੰਨਾ ਕੁ ਉੱਥੇ ਦਿੱਤਾ ਗਿਆ ਉਨਾ ਕੁ ਸੰਭਾਲਿਆ ਗਿਆ ਭਾਈ ਬਚਿੱਤਰ ਸਿੰਘ ਨੂੰ, ਪਰ ਜ਼ਖਮ ਬਹੁਤ ਜ਼ਿਆਦਾ ਹੋਣ ਕਰਕੇ, ਖੂਨ ਬਹੁਤ ਜ਼ਿਆਦਾ ਵਹਿਣ ਕਰਕੇ ਉਹ ਲੰਮਾ ਸਮਾਂ ਉਹਨਾਂ ਜ਼ਖਮਾਂ ਦੀ ਤਾਬ ਨਾ ਝੱਲ ਸਕੇ। ਭਾਈ ਬਚਿੱਤਰ ਸਿੰਘ ਜੀ ਉਹ ਮਹਾਨ ਸੂਰਮੇ ਨੇ, ਇਹ ਜਿਨ੍ਹਾਂ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ ਸੀ। ਅਸੀਂ ਇੱਕ ਦਿਨ ਕਿਸੇ ਪ੍ਰੋਗਰਾਮ ਵਿੱਚ ਇਕੱਠੇ ਹੋਏ ਕਿਤੇ, ਉੱਥੇ ਗੱਲਾਂ ਚੱਲ ਪਈਆਂ ਨਿਹੰਗ ਸਿੰਘਾਂ ਦੀਆਂ। ਕੁਝ ਸੱਜਣਾਂ ਨੇ ਗੱਲ ਕੀਤੀ, ਕਹਿੰਦੇ ਬਾਬਾ ਬਚਿੱਤਰ ਸਿੰਘ ਨੇ ਐਵੇਂ ਨਹੀਂ ਨਾਗਣੀ ਮਾਰੀ, ਕਿਉਂਕਿ ਨਿਹੰਗ ਸਿੰਘ ਸੁੱਖਾ ਘੋਟ ਕੇ ਜਿਹਨੂੰ ਸੁੱਖ ਨਿਧਾਨ ਕਹਿੰਦੇ ਆ ਉਹ ਪੀਂਦੇ ਆ। ਕਹਿੰਦੇ ਉਹ ਵੀ ਵਰਤਦੇ ਸੀ, ਗੁਰੂ ਕਾਲ ਵਿੱਚ ਵੀ ਇਹ ਵਰਤਿਆ ਜਾਂਦਾ ਸੀ। ਭਾਈ ਬਚਿੱਤਰ ਸਿੰਘ ਨੇ ਕਹਿੰਦੇ ਕਿਤੇ ਇੱਦਾਂ ਹੀ ਨਹੀਂ ਨਾਗਣੀ ਵਾਹ ਦਿੱਤੀ, ਉਹ ਵੀ ਸੁੱਖ ਨਿਧਾਨ ਛਕਿਆ ਹੋਇਆ ਸੀ, ਅੰਦਰ ਜਜ਼ਬਾ ਸੀ। ਹੁਣ ਸਾਨੂੰ ਇਹ ਨਹੀਂ ਪਤਾ ਰਹਿੰਦਾ ਵੀ ਅਸੀਂ ਮੂੰਹ ਦੇ ਵਿੱਚੋਂ ਕੀ ਬੋਲ ਰਹੇ ਹਾਂ। ਨਾਲੇ ਗੁਰਸਿੱਖ ਨੇ ਬੰਦੇ ਅੰਮ੍ਰਿਤਧਾਰੀ ਸੀ, ਪਰ ਜਦ ਗਿਆਨ ਤੇ ਸੋਝੀ ਨਾ ਹੋਵੇ ਅਸੀਂ ਆਪਣੇ ਆਪ ਆਪਣੇ ਸ਼ਹੀਦਾਂ ਦੀ ਤੋਹੀਨ ਕਰ ਜਾਂਦੇ ਹਾਂ। ਸਾਨੂੰ ਨਹੀਂ ਪਤਾ ਅਸੀਂ ਆਪਣੀ ਜ਼ੁਬਾਨ ਤੋਂ ਕੀ ਬੋਲ ਦਿੰਦੇ ਹਾਂ। ਹੁਣ ਐਡਾ ਵੱਡਾ ਸੂਰਬੀਰ ਯੋਧਾ ਹੋਵੇ, ਉਹਨੂੰ ਨਸ਼ਾ ਤੇ ਨਸ਼ਾ ਹੀ ਹੈ, ਚਾਹੇ ਸੁੱਖੇ ਦਾ ਕਿਉਂ ਨਾ ਹੋਵੇ। ਸਾਡਾ ਛੋਟਾ ਜਿਹਾ ਬੋਲ ਐਡੇ ਵੱਡੇ ਸੂਰਬੀਰ ਯੋਧੇ ਨੂੰ ਨਸ਼ੇੜੀ ਬਣਾ ਦਿੰਦਾ। ਕੀ ਜੇ ਉਹ ਲੜਿਆ ਤੇ ਸੁੱਖਾ ਪੀ ਕੇ ਲੜਿਆ? ਜੇ ਉਹਨੂੰ ਨਸ਼ਾ ਸੀ, ਕੋਈ ਬਾਹਰੀ ਨਸ਼ਾ ਸੀ? ਨਹੀਂ। ਜੇ ਉਹਦੇ ਅੰਦਰ ਨਸ਼ਾ ਸੀ ਤੇ ਨਾਮ ਦਾ ਨਸ਼ਾ ਸੀ, ਉਹ ਗੁਰੂ ਦਾ ਸਿੱਖ ਸੀ, ਉਹ ਤਾਂ ਮੈਦਾਨੇ ਜੰਗ ਵਿੱਚ ਜੂਝਿਆ। ਉਹ ਦੂਜਾ ਨਾ ਜੂਝ ਸਕਿਆ। ਦੁਨੀ ਚੰਦ ਨਾ ਸੁੱਖਾ ਪੀ ਕੇ ਚੱਕ ਸਕਿਆ ਨੇਜਾ, ਉਹਨੇ ਨਾ ਮਾਰਤਾ। ਉਹ ਕੰਧ ਟੱਪ ਕੇ ਭੱਜਿਆ ਤੇ ਡਿੱਗਿਆ, ਸੱਟ ਖਾਧੀ। ਜੇ ਸੁੱਖੇ ਨਾਲ ਹੀ ਲੜਿਆ ਜਾਂਦਾ ਹੁੰਦਾ ਤੇ ਉਹ ਚੱਕ ਲੈਂਦਾ। ਨਹੀਂ, ਉਹਦੇ ਅੰਦਰ ਨਾਮ ਦਾ ਨਸ਼ਾ ਸੀ, ਉਹ ਗੁਰੂ ਦਾ ਸਿੱਖ ਸੀ ਪੱਕਾ। ਉਹਨੇ ਗੁਰੂ ਦਾ ਵਚਨ ਨਹੀਂ ਮੋੜਿਆ। ਉਹਦੇ ਮੋਢੇ ਤੇ ਥਾਪੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ, ਉਹ ਤਾਂ ਮੈਦਾਨੇ ਜੰਗ ਵਿੱਚ ਜੂਝਿਆ। ਉਹੀ ਹੈ ਭਾਈ ਬਚਿੱਤਰ ਸਿੰਘ, ਜਿਹੜਾ ਜ਼ਖਮੀ ਹੋ ਗਿਆ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ। ਬਾਬਾ ਅਜੀਤ ਸਿੰਘ ਉਹਨਾਂ ਦੀ ਮਦਦ ਲਈ ਗਿਆ ਸੀ ਜਥਾ ਲੈ ਕੇ। ਫਿਰ ਕੋਟਲਾ ਨਿਹੰਗ ਖਾਂ ਦੇ ਘਰ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ। ਗੁਰੂ ਸਾਹਿਬ ਪਰਿਵਾਰ ਸਮੇਤ ਸਿੰਘ ਉਸ ਘਰ ਵਿੱਚੋਂ ਨਿਕਲ ਜਾਂਦੇ ਆ। ਬਾਅਦ ਵਿੱਚ ਰੋਪੜ ਦੇ ਥਾਣੇ ਦੇ ਵਿੱਚ ਰਿਪੋਰਟ ਜਾਂਦੀ ਹੈ ਵੀ ਕੋਟਲਾ ਨਿਹੰਗ ਖਾਂ ਦੇ ਘਰ ਗੁਰੂ ਪਰਿਵਾਰ ਤੇ ਸਿੰਘ ਠਹਿਰੇ ਹੋਏ ਨੇ। ਫਿਰ ਉਹ ਥਾਣੇ ਦਾ ਜੋ ਸਰਦਾਰ ਹੈ, ਚੌਂਕੀ ਦਾ ਜੋ ਸਰਦਾਰ ਹੈ, ਉਹ ਕੋਟਲਾ ਨਿਹੰਗ ਖਾਂ ਦੇ ਘਰ ਆਉਂਦਾ। ਘਰ ਆ ਕੇ ਉਹ ਚੈੱਕ ਕਰਦਾ, ਘਰ ਦੀ ਤਲਾਸ਼ੀ ਲੈਂਦਾ। ਜਦੋਂ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਘਰ ਵਿੱਚੋਂ ਕੁਝ ਨਹੀਂ ਮਿਲਦਾ, ਕਿਉਂਕਿ ਗੁਰੂ ਸਾਹਿਬ ਜਾ ਚੁੱਕੇ ਨੇ, ਉੱਥੋਂ ਨਿਕਲ ਚੁੱਕੇ ਆ। ਇੱਕੋ ਹੀ ਕਮਰਾ ਰਹਿ ਜਾਂਦਾ ਜਿੱਥੇ ਭਾਈ ਬਚਿੱਤਰ ਸਿੰਘ ਸ਼ਹੀਦ ਹੋਏ ਪਏ ਨੇ, ਅੰਦਰ ਸਰੀਰ ਛੱਡਿਆ ਹੋਇਆ। ਉਸ ਕਮਰੇ ਕੋਲ ਜਦ ਆਉਂਦੇ ਆ ਤੇ ਕੋਟਲਾ ਨਿਹੰਗ ਖਾਂ ਗੁਰੂ ਦਾ ਸਤਿਕਾਰ ਕਰਨ ਵਾਲਾ, ਗੁਰੂ ਕਾ ਸਿੱਖ, ਉਸ ਚੌਂਕੀ ਦੇ ਸਰਦਾਰ ਨੂੰ ਐਡੀ ਵੱਡੀ ਗੱਲ ਆਖ ਦਿੰਦਾ ਕਿ ਉਹ ਮੁਆਫੀ ਮੰਗ ਕੇ ਉਸ ਘਰ ਵਿੱਚੋਂ ਜਾਂਦਾ। ਪਰ ਉਹ ਦਰਵਾਜ਼ੇ ਦਾ ਗੇਟ ਨਹੀਂ ਖੋਲ੍ਹਦਾ। ਕਹਿੰਦਾ ਇੱਥੇ ਮੇਰੀ ਧੀ ਤੇ ਮੇਰਾ ਜਵਾਈ ਸੁੱਤਾ ਪਿਆ। ਬਹੁਤ ਵੱਡੀ ਗੱਲ ਹੈ ਇਹ। ਇੱਕ ਪਿਓ ਦੇ ਮੂੰਹੋਂ ਇਹ ਸ਼ਬਦ ਨਿਕਲ ਜਾਣੇ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਇੰਨਾ ਹੀ ਆਖ ਦੇਣਾ ਮੇਰੀ ਧੀ ਤੇ ਮੇਰਾ ਜਵਾਈ ਪਿਆ ਅੰਦਰ, ਛੋਟੀ ਗੱਲ ਨਹੀਂ ਗੁਰਮੁਖੋ, ਬਹੁਤ ਵੱਡੀ। ਇਹ ਵੀ ਉਹਦੀ ਕੁਰਬਾਨੀ, ਸ਼ਹਾਦਤ ਮੰਨੀ ਆਪਾਂ।
ਫਿਰ ਉਹ ਚੌਂਕੀ ਦਾ ਸਰਦਾਰ ਉੱਥੋਂ ਹੱਥ ਜੋੜ ਕੇ ਮੁਆਫੀ ਮੰਗ ਕੇ ਉਸ ਘਰ ਵਿੱਚੋਂ ਚਲਿਆ ਜਾਂਦਾ। ਇਹ ਬੋਲ ਉਹਦੀ ਧੀ ਭੈਣ ਮੁਮਤਾਜ਼ ਦੇ ਕੰਨਾਂ ਵਿੱਚ ਵੀ ਪੈ ਜਾਂਦੇ ਆ ਵੀ ਮੇਰੇ ਪਿਤਾ ਜੀ ਨੇ ਬਾਹਰ ਚੌਂਕੀ ਦੇ ਸਰਦਾਰ ਨੂੰ ਇਹ ਗੱਲ ਆਖੀ ਹੈ ਵੀ ਅੰਦਰ ਮੇਰੀ ਧੀ ਤੇ ਮੇਰਾ ਜਵਾਈ ਪਏ ਨੇ। ਫਿਰ ਉਹਦਾ ਵੀ ਦੇਖੋ ਸਿਦਕ, ਉਹਦਾ ਵੀ ਦੇਖੋ ਭਰੋਸਾ, ਉਹਦਾ ਵੀ ਦੇਖੋ ਗੁਰੂ ਦੇ ਉੱਪਰ ਵਿਸ਼ਵਾਸ ਕਿੱਡਾ। ਉਸੇ ਵਕਤ ਭਾਈ ਬਚਿੱਤਰ ਸਿੰਘ ਦੇ ਚਰਨਾਂ 'ਤੇ ਆਪਣਾ ਸੀਸ ਰੱਖਿਆ ਤੇ ਪਿਤਾ ਨੂੰ ਆਖ ਦਿੱਤਾ, ਪਿਤਾ ਜੀ ਅੱਜ ਤੋਂ ਬਾਅਦ ਮੈਂ ਸ਼ਾਦੀ ਨਹੀਂ ਕਰਾਵਾਂਗੀ। ਭਾਵੇਂ ਭਾਈ ਬਚਿੱਤਰ ਸਿੰਘ ਸਰੀਰ ਛੱਡ ਚੁੱਕੇ ਨੇ, ਮੈਂ ਉਹਨਾਂ ਦੀ ਸੇਵਾ ਕੀਤੀ ਹੈ, ਤੁਸੀਂ ਮੂੰਹ ਤੋਂ ਆਖ ਦਿੱਤਾ ਇੱਥੇ ਮੇਰੇ ਧੀ ਤੇ ਜਵਾਈ ਪਏ ਨੇ, ਮੈਂ ਅੱਜ ਤੋਂ ਬਾਅਦ ਸ਼ਾਦੀ ਨਹੀਂ ਕਰਾਵਾਂਗੀ। ਉਹ ਸਾਡੀ ਭੈਣ ਮੁਮਤਾਜ਼, ਸਾਡੀ ਧੀ ਬੱਚੀ, ਉਹਦਾ ਸਿਦਕ ਦੇਖੋ। ਸਾਡੇ ਇਸ ਵਿਰਸੇ, ਅਮੀਰ ਵਿਰਸੇ ਤੋਂ ਸਾਡੇ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਸਾਡੇ ਜੀਵਨ ਵਿੱਚ ਕਿਉਂ ਗਿਰਾਵਟਾਂ ਆ ਗਈਆਂ? ਸਾਡੇ ਕੋਲ ਐਡਾ ਅਮੀਰ ਇਤਿਹਾਸ ਪਿਆ ਸੀ। ਸਾਡੇ ਬੱਚੇ, ਸਾਡੀਆਂ ਧੀਆਂ ਕਿਤੇ ਇਹ ਇਤਿਹਾਸ ਪੜ੍ਹਿਆ ਹੁੰਦਾ, ਬਾਹਰਲਿਆਂ ਦੇਸ਼ਾਂ ਵਿੱਚ ਇੱਥੋਂ ਮਾਪੇ ਜਦੋਂ ਬੱਚੀਆਂ ਆਇਲਟਸ ਕਲੀਅਰ ਕਰਕੇ ਜਾਂਦੀਆਂ ਨੇ, ਬਾਹਰਲੇ ਦੇਸ਼ਾਂ ਵਿੱਚ ਚਲੀਆਂ ਜਾਂਦੀਆਂ ਨੇ, ਇੱਥੋਂ ਅੰਗੇਜਮੈਂਟ ਕਰਕੇ ਤੋਰਦੇ ਨੇ, ਇਹੋ ਜਿਹੇ ਕੇਸ ਅੱਖਾਂ ਦੇ ਸਾਹਮਣੇ ਆਏ ਨੇ, ਉੱਥੇ ਜਾ ਕੇ ਜਵਾਬ ਦੇ ਦਿੰਦੇ ਨੇ ਆਪਣੇ ਮਾਪਿਆਂ ਨੂੰ ਵੀ ਮੈਂ ਇਹਦੇ ਨਾਲ ਸ਼ਾਦੀ ਨਹੀਂ ਕਰਾਉਣੀ। ਜੇ ਕਿਤੇ ਸਾਡਾ ਇਤਿਹਾਸ ਸਾਡੀਆਂ ਬੱਚੀਆਂ ਨੇ ਪੜ੍ਹਿਆ ਹੁੰਦਾ, ਇੱਦਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਾਡੇ ਮਾਪਿਆਂ ਦੇ ਸਾਹਮਣੇ ਨਾ ਜੇ ਆਉਂਦੀਆਂ। ਐਡੇ ਵੱਡੇ ਕਿਰਦਾਰ ਸਾਡੇ ਕੋਲੇ, ਐਡੇ ਉੱਚੇ ਸੁੱਚੇ ਕਰੈਕਟਰ ਦੇ ਮਾਲਕ ਸਾਡੇ ਇਤਿਹਾਸ ਵਿੱਚ ਇਹੋ ਜਿਹੇ ਕਿਰਦਾਰ ਪਏ ਨੇ, ਹਰੀ ਸਿੰਘ ਨਲੂਏ ਵਰਗੇ, ਇਹੋ ਜਿਹੇ ਕਿਰਦਾਰ ਪਏ ਨੇ, ਭੈਣ ਮੁਮਤਾਜ਼ ਵਰਗੇ ਆ। ਉਹ ਬੀਬੀਆਂ ਸਿਦਕ ਤੇ ਭਰੋਸਾ ਦੇਖੋ ਕਿੱਡਾ। ਕਹਿਣ ਤੋਂ ਭਾਵ ਜੇ ਇਹ ਪਰਿਵਾਰ ਜੁੜੇ ਨੇ, ਇਹ ਪਰਿਵਾਰ ਐਵੇਂ ਹੀ ਨਹੀਂ ਜੁੜੇ ਹੋਏ। ਇਹਨਾਂ ਦੀਆਂ ਲੰਮੀਆਂ ਸਾਂਝਾਂ ਨੇ ਪਿੱਛੇ ਤੋਂ ਗੁਰੂ ਘਰ ਦੇ ਨਾਲ, ਤਾਂ ਹੀ ਐਡੇ ਵੱਡੇ ਸਿਦਕ ਪਲ ਗਏ ਅੰਦਰ। ਇੱਦਾਂ ਇੱਕ ਦਿਨ ਵਿੱਚ ਐਡਾ ਸਿਦਕ ਨਹੀਂ ਪਲਦਾ ਵੀ ਜਦੋਂ ਸਾਰਾ ਦੇਸ਼, ਵੱਡੀਆਂ ਹਕੂਮਤਾਂ ਸਿੱਖੀ ਨੂੰ ਕੁਚਲਣਾ ਚਾਹੁੰਦੀਆਂ ਹੋਣ ਤੇ ਐਦਾਂ ਦੇ ਇੱਕ ਇੱਕ ਦੋ ਦੋ ਬੰਦੇ ਗੁਰੂ ਸਾਹਿਬ ਨੂੰ ਇੰਨਾ ਪਿਆਰ ਕਰਦੇ ਹੋਣ, ਆਪਣੇ ਪਰਿਵਾਰਾਂ ਨੂੰ ਜੋਖਮ ਵਿੱਚ ਪਾ ਕੇ। ਬਹੁਤ ਸੂਰਵੀਰ ਯੋਧੇ ਕੰਮ ਆਏ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗੁਰੂ ਸਾਹਿਬ ਨੇ। ਕਿਲ੍ਹਾ ਛੱਡਣ ਤੋਂ ਬਾਅਦ ਬਹੁਤ ਸੂਰਵੀਰ ਯੋਧੇ ਇੱਦਾਂ ਦੇ ਗੁਰੂ ਸਾਹਿਬ ਦੇ ਕੰਮ ਆਏ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹੈਲਪ ਕੀਤੀ ਹੈ ਮੈਦਾਨੇ ਜੰਗ ਦੇ ਵਿੱਚ। ਇੱਦਾਂ ਹੀ ਕੋਟਲਾ ਨਿਹੰਗ ਖਾਂ ਨੇ ਕੀਤੀ। ਖੈਰ ਗੁਰੂ ਸਾਹਿਬ ਉੱਥੋਂ ਚਲੇ ਜਾਂਦੇ ਨੇ, ਫਿਰ ਸਰਸਾ ਦੇ ਕਿਨਾਰੇ ਤੱਕ ਪਹੁੰਚਦੇ ਨੇ। ਜਾਂਦਿਆਂ ਜਾਂਦਿਆਂ ਕਈ ਛੋਟੀਆਂ ਛੋਟੀਆਂ ਇੱਦਾਂ ਦੀਆਂ ਜਿਹੜੀਆਂ ਨੇ ਲੜਾਈਆਂ ਰਸਤੇ ਵਿੱਚ ਹੁੰਦੀਆਂ ਨੇ। ਸਰਸਾ ਦਾ ਉਹ ਕੰਢਾ, ਉੱਪਰੋਂ ਮੀਂਹ ਪੈਂਦਾ ਤੇ ਸਰਸਾ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ। ਅੰਮ੍ਰਿਤ ਵੇਲਾ ਹੋਇਆ ਤਾਂ ਸਤਿਗੁਰਾਂ ਨੇ ਉਸੇ ਜਗ੍ਹਾ ਦੇ ਉੱਪਰ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ, ਕਿਉਂਕਿ ਮੀਂਹ ਪੈਂਦਾ ਹੇਠਾਂ ਤੇ ਗਿੱਲਾ ਥਾਂ ਆ, ਕੋਈ ਸ਼ਮਿਆਨਾ ਤੰਬੂ ਨਹੀਂ ਲਾ ਸਕਦੇ, ਕਿਤੇ ਬੈਠ ਨਹੀਂ ਸਕਦੇ। ਉਸੇ ਤਰ੍ਹਾਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਪਹਿਲਾਂ ਨਿਤਨੇਮ ਕੀਤਾ, ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਿੱਖ ਭੁੱਲੇ ਨਾ। ਇਹ ਸਾਡਾ ਇਤਿਹਾਸ ਸਾਡੀ ਬਾਣੀ ਦੇ ਅਰਥ ਕਰਦਾ, ਜਿਵੇਂ ਆਪਾਂ ਕੱਲ੍ਹ ਵਿਚਾਰਿਆ ਸੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਤਿਹਾਸ ਵਿੱਚੋਂ ਦੇਖੋ ਕਿਵੇਂ ਗੁਰੂ ਦੇ ਸਿੱਖ ਗੁਰਬਾਣੀ ਬਣਦੇ ਨੇ, ਕਿਵੇਂ ਗੁਰੂ ਦੇ ਬੋਲਾਂ ਨੂੰ ਉਹ ਆਪਣੇ ਹਿਰਦੇ ਵਿੱਚ ਵਸਾ ਕੇ ਉਹਨਾਂ ਬੋਲਾਂ ਨੂੰ ਸੱਚ ਕਰਦੇ ਨੇ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ, ਮੈਦਾਨੇ ਜੰਗ ਦੇ ਵਿੱਚ ਕਿਵੇਂ ਗੁਰੂ ਦੇ ਬੋਲਾਂ ਨੂੰ ਪੂਰਾ ਕਰਦੇ ਆ। ਕਿੱਡੀ ਵੱਡੀ ਮੁਸੀਬਤ ਆਵੇ, ਸਿੱਖ ਕੋਲੋਂ ਨਿਤਨੇਮ ਨਾ ਖੁੰਝੇ। ਕਿੱਡੀ ਮੁਸੀਬਤ ਆ ਜੇ। ਇਹ ਸੂਚਕ ਆ ਸਾਡੇ ਲਈ ਵੀ ਮੁਸੀਬਤਾਂ ਵਿੱਚ ਵੀ ਸਿੱਖ ਬਾਣੀ ਨਾ ਭੁੱਲੇ ਕਿਤੇ। ਇਹ ਇਤਿਹਾਸ ਸਾਨੂੰ ਦੱਸਦਾ ਸਾਡਾ। ਪਿੱਛੇ ਫੌਜਾਂ ਹੋਣ, ਅੱਗੇ ਸਰਸਾ ਚੜ੍ਹੀ ਹੋਵੇ,
ਤੇ ਫਿਰ ਉਹਨੂੰ ਪਾਰ ਕਰਨਾ ਹੋਵੇ, ਨਿਤਨੇਮ ਦਾ ਵੇਲਾ ਹੋਵੇ, ਲੜਾਈ ਹੁੰਦੀ ਹੋਵੇ, ਤੇ ਉੱਥੇ ਸਤਿਗੁਰੂ ਜੀ ਨਿਤਨੇਮ ਕਰਨ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇ। ਇਹ ਸਾਡੇ ਲਈ ਇੱਕ ਸੁਨੇਹਾ ਸਿੱਖਾ, ਕਿੱਡੀ ਮੁਸੀਬਤ ਤੇਰੇ ਉੱਪਰ ਆ ਜਾਵੇ ਪਰ ਤੈਨੂੰ ਨਿਤਨੇਮ ਨਾ, ਬਾਣੀ ਨਾ ਭੁੱਲੇ ਸਿੱਖ ਨੂੰ, ਬਾਣੀ ਨਾ ਭੁੱਲੇ। ਤੇਰੀਆਂ ਮੁਸੀਬਤਾਂ ਦਾ ਹੱਲ ਹੀ ਬਾਣੀ ਵਿੱਚ ਹੈ, ਤੇਰੇ ਦੁੱਖਾਂ ਦਾ ਹੱਲ ਹੀ ਬਾਣੀ ਵਿੱਚ ਹੈ। ਤੈਨੂੰ ਮੁਸੀਬਤਾਂ ਜੋਗਾ ਜੇ ਕਰਨਾ ਤੇ ਬਾਣੀ ਨੇ ਕਰਨਾ, ਇਸ ਭਰੋਸੇ ਨੇ ਕਰਨਾ। ਤੈਨੂੰ ਇਹ ਭਰੋਸਾ ਤੈਨੂੰ ਉੱਥੇ ਤੱਕ ਲੈ ਕੇ ਜਾਏਗਾ, ਵਿਸ਼ਵਾਸ ਤੈਨੂੰ ਤੇਰੇ ਕਦਮਾਂ ਤੇ ਖੜਾ ਕਰੇਗਾ। ਇਹ ਗੁਰੂ ਦਾ ਇਤਿਹਾਸ ਤੈਨੂੰ ਪੰਧ ਦੇਵੇਗਾ ਤੁਰਨ ਵਾਸਤੇ ਵੀ ਆ ਇਸ ਪੰਧ ਉੱਪਰ ਚੱਲ, ਕਿਉਂਕਿ ਸਾਡੇ ਵੱਡੇ ਚੱਲੇ ਨੇ। ਇਹ ਸਾਡੇ ਲਈ ਸੂਚਕ ਹੈ, ਕਿੱਡੀ ਮੁਸੀਬਤ ਹੋਵੇ ਬਾਣੀ ਨਾ ਭੁੱਲੇ ਸਿੱਖ ਨੂੰ। ਆਵੋ ਸਿੱਖ ਸਤ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਾਦਰ ਕਰਮ ਹੋਵੈ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਐ ਸਤਿਗੁਰੂ ਦੇ ਪਿਆਰਿਓ, ਆਓ ਗੁਰੂ ਦੀ ਬਾਣੀ ਗਾਈਏ। ਸਿੱਖ ਨੂੰ ਬਾਣੀ ਨਾ ਭੁੱਲੇ। ਇਹ ਇਤਿਹਾਸ ਸਾਡੇ ਲਈ ਇੱਕ ਮਾਰਗ, ਇੱਕ ਪੰਧ ਤਿਆਰ ਕਰਕੇ ਦਿੰਦਾ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਦੋਖ ਪਾਪ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸੰਦੇਸ਼ ਹੈ ਗੁਰੂ ਦਾ ਸਾਡੇ ਲਈ। ਅੰਮ੍ਰਿਤ ਵੇਲਾ ਆਉਂਦਾ, ਸਿੱਖ ਜਾਗੇ, ਉੱਠ ਕੇ ਬਾਣੀ ਪੜ੍ਹੇ, ਅੰਮ੍ਰਿਤ ਸਰਨ ਆਵੈ। ਅੰਮ੍ਰਿਤ ਦਾ ਸਰੋਵਰ ਗੁਰੂ ਦੀ ਬਾਣੀ ਦੇ ਵਿੱਚ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੈ। ਅੰਮ੍ਰਿਤ ਜਮਾ ਸਰ ਮਤਲਬ ਸਰੋਵਰ, ਅੰਮ੍ਰਿਤ ਗੁਰੂ ਦੀ ਬਾਣੀ, ਨਾਮ ਜਲ, ਉਹ ਸਰੋਵਰ ਬਾਣੀ ਦਾ, ਉਹਦੇ ਵਿੱਚ ਇਸ਼ਨਾਨ ਕਰੇ ਸਿੱਖ। ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੈ। ਭਾਈ ਬਹਿੰਦਾ ਉੱਠਦਾ ਭਾਵ ਆਪਣੇ ਕੰਮ ਕਾਰ ਕਰਦਾ, ਤੇਰੀ ਸੁਰਤ ਵਿੱਚ ਗੁਰੂ ਹੋਵੇ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਫਿਰ ਸਾਰਾ ਦਿਨ ਮਹਾਰਾਜ ਕਹਿੰਦੇ ਗੁਰੂ ਦੇ ਵਚਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਣਾ। ਮੁਸ਼ਕਲ ਜਿੱਡੀ ਮਰਜ਼ੀ ਹੋਵੇ ਤੇਰੇ ਉੱਤੇ, ਤੈਨੂੰ ਬਾਣੀ ਨਾ ਭੁੱਲੇ। ਉਸ ਸਰਸਾ ਦੇ ਕੰਢੇ 'ਤੇ ਸਤਿਗੁਰੂ ਜੀ ਨਿਤਨੇਮ ਕਰਦੇ ਆ। ਕਿੱਥੇ ਆਨੰਦ ਦੀ ਪੁਰੀ, ਕਿੱਥੇ ਮੀਂਹ ਪੈਂਦਾ, ਤੇਜ਼ ਹਵਾਵਾਂ ਠੰਡੀਆਂ ਚੱਲਦੀਆਂ ਨੇ। ਸਰਸਾ ਦਾ ਨਦੀ ਉਹ ਕਿਨਾਰਾ ਜਿੱਥੇ ਗੁਰੂ ਜੀ ਖੜ੍ਹੇ ਨੇ, ਅੱਗੇ ਸਰਸਾ ਚੜ੍ਹੀ ਹੋਈ ਹੈ, ਅਤੇ ਪਿੱਛੇ ਫੌਜਾਂ ਦਗੜ ਦਗੜ ਕਰਦੀਆਂ ਆਉਂਦੀਆਂ ਨੇ। ਪਿੱਛੇ ਮੈਦਾਨੇ ਜੰਗ 'ਚ ਪੁੱਤਰ ਜੂਝਦੇ ਹੋਣ, ਅੱਗੇ ਰਸਤਾ ਨਾ ਹੋਵੇ। ਐਦੂ ਵੱਡੀਆਂ ਤਕਲੀਫਾਂ ਨਹੀਂ ਆ ਸਕਦੀਆਂ ਸਾਡੇ ਉੱਤੇ, ਪਰ ਗੁਰੂ ਨੇ ਉੱਥੇ ਵੀ ਸਾਨੂੰ ਹਦਾਇਤ ਕੀਤੀ, ਬਾਣੀ ਨਾ ਭੁੱਲ ਜੀ ਸਿੱਖਾ ਕਿਤੇ। ਇਹੀ ਤੈਨੂੰ ਅੱਗੇ ਤੱਕ ਲੈ ਕੇ ਜਾਏਗੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਕਿੱਥੇ ਉਹ ਮਹਿਲ, ਕਿੱਥੇ ਉਹ ਆਨੰਦ ਦੀਆਂ ਪੁਰੀਆਂ। ਕਿਤੇ ਬਾਬਾ ਫਤਿਹ ਸਿੰਘ ਖੇਡਦਾ, ਕਿਤੇ ਬਾਬਾ ਜੁਝਾਰ ਸਿੰਘ ਖੇਡਦਾ, ਕਿਤੇ ਬਾਬਾ ਜੋਰਾਵਰ ਸਿੰਘ ਖੇਡਦਾ, ਉਹ ਕਿਤੇ ਬਾਬਾ ਅਜੀਤ ਸਿੰਘ ਉਹਨਾਂ ਨੂੰ ਖਿਡਾਉਂਦਾ, ਕਿਤੇ ਦਾਦੀ ਮਾਂ ਆਪਣੇ ਪੋਤਰਿਆਂ ਨੂੰ ਉੱਥੇ ਨਿੱਘ ਦਿੰਦੀ ਆ ਬੈਠ ਕੇ। ਉਹ ਆਨੰਦਪੁਰ ਸਾਹਿਬ, ਉਹ ਆਨੰਦ ਦੀ ਪੁਰੀ, ਜਿਹਦੇ ਵਿੱਚ ਉਹ ਸੁੱਖ ਸਹੂਲਤਾਂ ਹੋਣ ਜਿਹੜੀਆਂ ਦੁਨੀਆ ਵਿੱਚ ਕਿਤੇ ਨਾ ਹੋਣ। ਪ੍ਰਸ਼ਾਦੀ ਹਾਥੀ, ਕਈ ਲੱਖ ਦੀ ਮਹਿੰਗੀ ਚਾਨਣੀ, ਚੌਰ ਝੁਲਦੇ ਹੋਣ। ਉਹ ਆਨੰਦ ਦੀ ਪੁਰੀ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੱਥੀਂ ਵਸਾਈ ਹੋਵੇ। ਹਰ ਤਰ੍ਹਾਂ ਦੀ ਸੁੱਖ ਸਹੂਲਤ ਅੱਜ ਕਿੱਥੇ ਨੇ? ਅੱਜ ਖੁੱਲ੍ਹਿਆਂ ਅਸਮਾਨਾਂ ਥੱਲੇ ਹੈ ਪਰਿਵਾਰ। ਅੱਜ ਖੁੱਲ੍ਹਿਆਂ ਅਸਮਾਨਾਂ ਥੱਲੇ ਨੇ ਸਾਡੇ ਸਤਿਗੁਰੂ ਕਲਗੀਧਰ ਪਾਤਸ਼ਾਹ।
ਪਿੱਛੇ ਵੀ ਫੌਜਾਂ ਚੜ੍ਹੀਆਂ ਹੋਈਆਂ ਨੇ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਐ ਮਾਲਕ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਮੀਰਾ ਭਾਵ ਹੁੰਦਾ ਸਰਦਾਰ ਮਾਲਕ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਵੱਡਾ ਹੈ, ਤੂੰ ਮੇਰਾ ਮਾਲਕ ਹੈ, ਇਸ ਕਾਇਨਾਤ ਦਾ ਮਾਲਕ ਹੈ। ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ, ਤੂੰ ਖਜ਼ਾਨਿਆਂ ਦਾ ਮਾਲਕ ਹੈ, ਗੁਣਾਂ ਦਾ ਖਜ਼ਾਨਾ। ਤੁਧ ਭਾਵੈ ਤੇਰੀ ਬੰਦਗੀ, ਤੈਨੂੰ ਭਾਵੇ ਤੇਰੀ ਬੰਦਗੀ ਤਾਂ ਹੋ ਸਕਦੀ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਭਗਤਾਂ ਦਾ ਮਾਰਗ ਵੱਖਰਾ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਏ, ਪਰਵਾਹ ਨਾਹੀ ਕਿਸੇ ਕੇਰੀ ਵਾਜ ਸੱਚੇ ਨਾਏ। ਉਹ ਰੰਗ ਵਿੱਚ ਹੱਸਦੇ ਨੇ ਰੰਗ ਵਿੱਚ ਰੋਂਦੇ ਨੇ, ਭਾਵ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਨੇ। ਪਰਵਾਹ ਨਾਹੀ ਕਿਸੇ ਕੇਰੀ, ਕੋਈ ਪਰਵਾਹ ਨਹੀਂ ਭਾਵੇਂ ਫੌਜਾਂ ਚੜ੍ਹੀਆਂ ਆਉਂਦੀਆਂ ਨੇ। ਬਾਜ ਸੱਚੇ ਨਾਏ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਪਰਵਾਹ ਨਹੀਂ ਕਿਸੇ ਚੀਜ਼ ਦੀ, ਕਿਉਂਕਿ ਰਜ਼ਾ ਵਿੱਚ ਚੱਲਣਾ ਸਿੱਖਿਆ ਤੇ ਰਜ਼ਾ ਵਿੱਚ ਚੱਲਣਾ ਸਿਖਾ ਰਹੇ ਨੇ। ਸਰਸਾ ਦੇ ਕੰਢੇ ਤੇ ਸਿੱਖਾ, ਭਾਵੇਂ ਤੂੰ ਕਿੰਨੇ ਹੀ ਸੁੱਖਾਂ ਸਹੂਲਤਾਂ ਵਿੱਚ ਹੋਵੇਂ, ਤਦ ਵੀ ਤੇਰੇ ਵਾਹਿਗੁਰੂ ਯਾਦ ਹੋਵੇ। ਭਾਵੇਂ ਤੇਰੇ ਉੱਤੇ ਕਿੱਡੀ ਮੁਸੀਬਤ ਆ ਜੇ ਤਾਂ ਵੀ ਤੇਰੇ ਵਾਹਿਗੁਰੂ ਜਿਹਨ ਵਿੱਚ ਹੋਵੇ, ਚੇਤੇ ਵਿੱਚ ਹੋਵੇ। ਇਹ ਸਾਡਾ ਇਤਿਹਾਸ ਸਾਨੂੰ ਦੱਸਦਾ। ਇਹ ਤਾਂ ਹੀ ਸਿਦਕ ਪਲ ਗਿਆ ਨਾ ਕੋਟਲਾ ਨਿਹੰਗ ਖਾਂ ਵਰਗਿਆਂ ਦੇ ਅੰਦਰ। ਉਹ ਵੀ ਨਮਾਜ਼ੀ ਸੀ 5 ਵਕਤ ਦੇ, ਉਹ ਵੀ ਅੱਲਾ ਨੂੰ ਯਾਦ ਕਰਨ ਵਾਲੇ ਸੀ। ਉਹਨਾਂ ਦੇ ਅੰਦਰ ਕੋਈ ਵੈਰ ਭਾਵਨਾ ਨਹੀਂ ਸੀ। ਪਿੱਛੇ ਫੌਜਾਂ ਵੀ ਮੁਗਲ ਨੇ, ਉਹ ਵੀ ਨਮਾਜ਼ੀ ਨੇ ਤੇ ਇਹ ਵੀ ਨਮਾਜ਼ੀ ਹੈ। ਫਰਕ ਹੈ। ਉਹਨਾਂ ਦੀ ਸੋਚ ਵਿੱਚ ਅੱਲਾ ਵਸਿਆ ਪਿਆ, ਉਹਨਾਂ ਦੇ ਗਲ ਤੱਕ ਅੱਲਾ ਅੱਗੇ ਨਹੀਂ ਗਿਆ। ਇਹੀ ਫਰਕ ਹੈ। ਸਰਸਾ ਨਦੀ ਨੂੰ ਪਾਰ ਕਰਨ ਦਾ ਹੁਕਮ ਦਿੱਤਾ ਗੁਰਾਂ ਨੇ। ਗੁਰੂ ਕੀਆਂ ਸੰਗਤਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ। ਸਰਸਾ ਨਦੀ ਨੂੰ ਪਾਰ ਕਰਦੇ ਨੇ 40 ਸਿੰਘ। ਗੁਰੂ ਸਾਹਿਬ ਜੀ ਆਪ ਨੇ, 2 ਸਾਹਿਬਜ਼ਾਦੇ ਨੇ। ਇੱਥੇ ਫਿਰ ਵਿਛੜ ਜਾਂਦਾ ਪਰਿਵਾਰ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਨੇ ਸਰਸਾ ਦੇ ਕਿਨਾਰੇ ਤੋਂ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਅਲੱਗ ਬਿਖਰ ਜਾਂਦੇ ਨੇ। ਉਹ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, 2 ਵੱਡੇ ਸਾਹਿਬਜ਼ਾਦੇ ਤੇ 40 ਕੁ ਸਿੰਘ ਉਹ ਚਮਕੌਰ ਦੀ ਗੜੀ ਵੱਲ ਚਲੇ ਜਾਂਦੇ ਨੇ। ਜਦੋਂ ਚਮਕੌਰ ਪਹੁੰਚਦੇ ਨੇ, ਚਮਕੌਰ ਸਾਹਿਬ ਬੁੱਧੀ ਚੰਦ ਰਾਵਤ ਗੁਰੂ ਕਾ ਸਿੱਖ ਮਿਲਦਾ। ਉਹਨੂੰ ਪਤਾ ਵੀ ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ, 40 ਦਿਨਾਂ ਦੇ ਭੁੱਖੇ ਭਾਣੇ ਸਿੰਘ ਨੇ ਗੁਰੂ ਦੇ। ਇਹਨਾਂ ਤੋਂ ਇੱਥੇ ਖੁੱਲ੍ਹਿਆ ਮੈਦਾਨਾਂ ਵਿੱਚ ਮੁਕਾਬਲਾ ਨਹੀਂ ਹੋਣਾ, ਔਖਾ ਹੋ ਜਾਏਗਾ। ਗਲ ਵਿੱਚ ਪੱਲਾ ਪਾਇਆ, ਗੁਰੂ ਦੇ ਚਰਨਾਂ ਵਿੱਚ ਆਉਂਦਾ, ਸਤਿਗੁਰੂ ਜੀ ਉਹ ਮੇਰੀ ਗੜੀ ਹੈ ਕੱਚੀ, ਇੱਕ ਤੁਸੀਂ ਉੱਥੇ ਚਲੇ ਜਾਓ। ਉਸ ਫਿਰ ਚਮਕੌਰ ਦੀ ਗੜੀ ਵਿੱਚ ਜਾਂਦੇ ਨੇ ਸਤਿਗੁਰੂ ਜੀ 40 ਸਿੰਘਾਂ ਨੂੰ ਲੈ ਕੇ। ਉਹ ਵੀ ਕਈ ਮਹੀਨਿਆਂ ਦੇ ਭੁੱਖੇ ਨੇ, ਸਰੀਰ ਵੀ ਕਮਜ਼ੋਰ ਨੇ, ਪਰ ਅੰਦਰ ਜਜ਼ਬਾ ਤੇ ਇੱਕ ਜੋਸ਼ ਹੈ, ਅੰਦਰ ਸਿਦਕ ਹੈ, ਵਿਸ਼ਵਾਸ ਹੈ ਗੁਰੂ ਦਾ ਕੋਲ, ਥਾਪੜ ਹੈ ਗੁਰੂ ਦਾ ਕੋਲ, ਅੰਮ੍ਰਿਤ ਦੀ ਦਾਤ ਹੈ ਕੋਲੇ। ਚਮਕੌਰ ਦੀ ਗੜੀ ਵਿੱਚ ਜਾਂਦੇ ਆ, ਕੁਝ ਸਮਾਂ ਆਰਾਮ ਕਰਦੇ ਆ। ਸਤਿਗੁਰੂ ਵੀ ਆਰਾਮ ਕਰਦੇ ਨੇ, ਪਰ ਡਿਊਟੀਆਂ ਸਿੰਘਾਂ ਦੀਆਂ ਅਲੱਗ-ਅਲੱਗ ਲੱਗੀਆਂ ਹੋਈਆਂ ਨੇ ਉੱਥੇ ਵੀ। ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, 1.5 ਘੜੀ ਗੁਜਰੀ ਜਬ ਜ਼ਿਕਰੇ ਖੁਦਾ में, खेमे से निकल आए सतगुरु हवा में, कदमों से टहलते थे मगर दिल था दुआ में।
ਕੁਝ ਸਮਾਂ ਆਰਾਮ ਕਰਨ ਤੋਂ ਬਾਹਰ ਨਿਕਲੇ ਨੇ। ਉਹ ਟਹਿਲਦੇ ਨੇ, ਪਰ ਅੱਲਾ ਦੀ ਬੰਦਗੀ ਵਿੱਚ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਹੋਏ ਨੇ। ਫਿਰ ਆਪਣੇ ਸਿੰਘਾਂ ਕੋਲ ਜਾਂਦੇ ਆ, ਉਹ ਸੁੱਤੇ ਪਏ ਨੇ, ਆਰਾਮ ਕਰਦੇ ਨੇ ਸਿੰਘ ਗੁਰੂ ਦੇ। ਕਦੇ ਉਹਨਾਂ ਦੇ ਪੈਰਾਂ ਨੂੰ ਚੁੰਮਦੇ ਆ, ਕਦੇ ਉਹਨਾਂ ਦੇ ਮੱਥੇ ਨੂੰ ਚੁੰਮਦੇ ਆ। ਫਿਰ ਇਕੱਲੇ ਇਕੱਲੇ ਸਿੰਘ ਦਾ ਦੀਦਾਰ ਕਰਦੇ ਨੇ ਬੈਠ ਕੇ ਕੋਲੇ, ਉਹਨਾਂ ਦੇ ਮੁੱਖ ਨੂੰ ਨਿਹਾਰਦੇ ਨੇ, ਉਹਨਾਂ ਨੂੰ ਪਿਆਰ ਦਿੰਦੇ ਨੇ ਰਜਮਾ। ਸੋਚਦੇ ਨੇ ਮਨ ਅੰਦਰ, ਸਵੇਰ ਤੱਕ ਇਹਨਾਂ ਨੇ ਮੈਦਾਨੇ ਜੰਗ ਵਿੱਚ ਜੂਝਣਾ, ਸਵੇਰ ਤੱਕ ਇਹਨਾਂ ਨੇ ਮੇਰੇ ਕੋਲ ਨਹੀਂ ਰਹਿਣਾ। ਬੜੇ ਮਹੀਨਿਆਂ ਦੇ ਭੁੱਖੇ ਤੇ ਹਾਏ ਮੈਦਾਨੇ ਜੰਗ ਵਿੱਚ ਜੂਝਦੇ ਆਏ ਨੇ। ਅੱਜ ਉਹਨਾਂ ਦੇ ਆਲੇ ਦੁਆਲੇ ਫਿਰਦੇ ਨੇ ਬਾਜਾਂ ਵਾਲੇ, ਮੁੱਖ ਚੁੰਮਦੇ ਆ ਉਹਨਾਂ ਦਾ, ਪੈਰ ਚੁੰਮਦੇ ਆ ਉਹਨਾਂ ਦੇ, ਹੱਥ ਘੁੱਟਦੇ ਆ ਆਪਣੇ ਹੱਥਾਂ ਵਿੱਚ, ਉਹਨਾਂ ਦੇ ਚਿਹਰਿਆਂ ਨੂੰ ਨਿਹਾਰਦੇ ਨੇ। ਸਵੇਰ ਤੱਕ ਇਹਨਾਂ ਨੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤਾਂ ਦੇ ਜਾਮ ਪੀ ਜਾਣੇ। ਸਮਾਂ ਆਉਂਦਾ, ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ ਦਾ ਭਰਾ ਨਾਰ ਖਾਂ, ਖਵਾਜਾ ਮੁਹੰਮਦ ਮਰਦੂਦ, ਗੈਰਤ ਖਾਂ, ਇਹ ਜਿਉਂਦਾ ਫੜਨਾ ਚਾਹੁੰਦੇ ਸਨ ਗੁਰੂ ਸਾਹਿਬ ਨੂੰ। ਇਹਨਾਂ ਨੇ ਰਾਤ ਦੇ ਸਮੇਂ ਹਮਲਾ ਕੀਤਾ। ਨਾਰ ਖਾਂ ਤੇ ਗੈਰਤ ਖਾਂ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹੇ ਤੇ ਖਵਾਜਾ ਮੁਹੰਮਦ ਮਰਦੂਦ ਨੇ ਲੁੱਕ ਕੇ ਆਪਣੀ ਜਾਨ ਬਚਾਈ। ਇਹ ਜਿਹੜਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜਿਹਨੇ ਹਾਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਲਈ, ਇੱਕ ਗੱਲ ਚੇਤੇ ਰੱਖਣ ਵਾਲੀ ਹੈ, ਜਦੋਂ ਆਨੰਦਪੁਰ ਨੂੰ ਘੇਰਾ ਪਿਆ ਸੀ ਉਦੋਂ ਉਸ ਲੜਾਈ ਦੇ ਵਿੱਚ ਸੀ ਇਹ। ਜਦੋਂ ਬਾਅਦ ਵਿੱਚ ਚੱਪੜ ਚਿੜੀ ਦੀ ਲੜਾਈ ਹੋਈ, ਆਪਣੇ ਭਤੀਜਿਆਂ ਨੂੰ ਨਾਲ ਲੈ ਕੇ ਵਿੱਚ ਸੀ ਬੰਦਾ ਬਹਾਦਰ ਦੇ ਅਗੇਂਸਟ। ਹਾਦਾ ਨਾਰਾ ਬਾਅਦ ਵਿੱਚ ਮਾਰਿਆ। ਇੱਕ ਵਾਰ ਇਹ ਵਿੱਚ ਸੀ ਆਨੰਦਪੁਰ ਸਾਹਿਬ ਜਦੋਂ ਘੇਰਿਆ ਹੋਇਆ ਸੀ। ਇਹਦਾ ਭਰਾ ਉੱਥੇ ਸੀ ਜਿਹੜਾ ਤੀਰ ਦੀ ਭੇਂਟ ਚੜ੍ਹਿਆ ਗੁਰੂ ਸਾਹਿਬ ਦੇ। ਫਿਰ ਸਮਾਂ ਬਣਿਆ, ਜਥੇ ਬਣਾ ਕੇ ਸਤਿਗੁਰੂ ਜੀ 5-5 ਸਿੰਘਾਂ ਦਾ ਜਥਾ ਭੇਜਦੇ ਨੇ ਤੇ 10 ਲੱਖ ਦੀ ਫੌਜ ਨੇ ਆਲੇ ਦੁਆਲੇ ਘੇਰਾ ਪਾਇਆ ਹੋਇਆ। ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕੀਜੈ। ਜਦੋਂ ਗੁਰੂ ਬਲ ਹੋਵੇ ਤੇ ਲੱਖਾਂ ਬਾਹਾਂ ਕੀ ਕਰਨਗੀਆਂ ਉੱਥੇ। ਸਿੰਘਾਂ ਨੂੰ ਗੁਰੂ ਦਾ ਥਾਪੜਾ, 10 ਲੱਖ ਦੀ ਫੌਜ ਤੇ 5-5 ਸਿੰਘਾਂ ਦੇ ਜਥੇ ਅੰਦਰੋਂ ਨਿਕਲਦੇ ਆ, ਮੈਦਾਨੇ ਜੰਗ ਵਿੱਚ ਜਾਂਦੇ ਨੇ, ਫੌਜਾਂ ਨਾਲ ਜੂਝ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ। 5-5 ਸਿੰਘਾਂ ਦੇ ਜਥੇ ਨਿਕਲਦੇ ਗਏ, ਮੈਦਾਨੇ ਜੰਗ ਵਿੱਚ ਜੂਝਦੇ ਗਏ। ਆਖਰ ਸਮਾਂ ਆਇਆ, ਫਿਰ ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀਆਂ ਕੋਲ ਜਾਂਦੇ ਨੇ। ਪਿਤਾ ਜੀ, ਮੈਂ ਵੀ ਮੈਦਾਨੇ ਜੰਗ ਵਿੱਚ ਜੂਝਣਾ ਚਾਹੁੰਦਾ, ਮੈਂ ਵੀ ਆਪਣੇ ਭਰਾਵਾਂ ਨਾਲ ਮੈਦਾਨੇ ਜੰਗ ਵਿੱਚ ਜਾਣਾ ਚਾਹੁੰਦਾ। ਦੇਖੋ ਹਿਰਦਾ ਗੁਰੂ ਦਾ, ਆਪਣੇ ਪੁੱਤਰ ਕਿਹਨੂੰ ਨਹੀਂ ਪਿਆਰੇ, ਆਪਣਾ ਪਰਿਵਾਰ ਕਿਹਨੂੰ ਨਹੀਂ ਪਿਆਰਾ। ਅੱਜ ਮੋਰਚਾ ਲੱਗਿਆ ਹੋਇਆ, ਠੰਡੀਆਂ ਸੜਕਾਂ, ਠੰਡੀਆਂ ਰਾਤਾਂ, ਠੰਡੀਆਂ ਹਵਾਵਾਂ। ਅੱਜ ਆਪਾਂ ਝਿਜਕ ਜਾਂਦੇ ਹਾਂ ਆਪਣੇ ਬੱਚੇ ਭੇਜਣ ਤੋਂ ਵੀ, ਰਸਤੇ ਵਿੱਚ ਧੁੰਦ ਪੈਂਦੀ ਹੈ, ਕੋਈ ਗੱਲਬਾਤ ਨਾ ਹੋ ਜੇ। ਕੱਲ੍ਹ ਹੀ ਸ਼ਰਧਾਂਜਲੀ ਸਮਾਗਮ ਸੀ ਮਲੇਰਕੋਟਲੇ, 10ਵੀਂ ਹਾਜ਼ਰੀ ਭਰ ਕੇ ਆਇਆ। ਕਈ ਤੇ ਉੱਥੇ ਵਿਚਾਰੇ ਇਹੋ ਜਿਹੇ ਬੱਚੇ ਮੌਤ ਦੇ ਮੂੰਹ ਵਿੱਚ ਪੈ ਗਏ ਜਿਨ੍ਹਾਂ ਦਾ ਅਜੇ ਵਿਆਹ ਵੀ ਨਹੀਂ ਹੋਇਆ। ਕਈ ਇਹੋ ਜਿਹੇ ਮੌਤ ਦੇ ਮੂੰਹ ਵਿੱਚ ਚਲੇ ਗਏ ਜਿਨ੍ਹਾਂ ਦੇ ਵਿਆਹ ਹੋਏ ਨੂੰ 40-40 ਦਿਨ ਹੋਏ ਸੀ, ਅਜੇ ਇੱਕ ਦੇ 40 ਦਿਨ ਹੋਏ ਸੀ ਵਿਆਹ ਹੋਏ ਨੂੰ। ਕਿੱਦਾਂ ਉਹਨਾਂ ਮਾਵਾਂ ਨੇ ਸਬਰ ਕੀਤਾ ਹੋਵੇਗਾ, ਉਹਨਾਂ ਪਰਿਵਾਰਾਂ ਨੇ। ਪਤਾ ਲੱਗਦਾ ਹੈ ਜਦ ਆਪਣੇ ਘਰ ਵੱਲ ਵੇਖਦੇ ਆ,
ਮਹਿਸੂਸ ਹੁੰਦਾ ਬੱਚਿਆਂ ਦਾ ਪਿਆਰ ਸਾਨੂੰ। ਕਿੱਦਾਂ ਉਹਨਾਂ ਪਰਿਵਾਰਾਂ ਦੇ ਉੱਪਰ ਬੀਤੀ ਹੋਵੇਗੀ। ਉਹ ਵਿਚਾਰੀ ਜਿਹੜੀ ਉਹਦੇ ਲੜ ਲਾਈ ਸੀ, 40 ਦਿਨ ਵਿਆਹ ਹੋਏ ਨੂੰ ਹੋਏਗੀ, ਉਹ ਧੀ ਦਾ ਹਿਰਦਾ ਕਿੰਨਾ ਦੁਖੀ ਹੋਵੇਗਾ। ਅੱਜ ਕੀ ਸੋਚਦੀ ਹੋਏਗੀ। ਮਾਪਿਆਂ ਦਾ ਸਾਰਾ ਘਰ ਲੱਗ ਜਾਂਦਾ ਇੱਕ ਧੀ ਦਾ ਵਿਆਹ ਕਰਨ ਵਾਸਤੇ। ਬੜਾ ਔਖਾ ਹੈ ਗੁਰਮੁਖੋ। ਧੰਨ ਹੈ ਬਾਜਾਂ ਵਾਲਿਆ, ਪਰਿਵਾਰ ਵੀ ਵਿਛੜ ਚੁੱਕਿਆ। ਬਾਕੀ ਪਰਿਵਾਰ ਦਾ ਪਤਾ ਹੈ ਨਹੀਂ ਕਿੱਥੇ ਹੈ, ਪਰ ਦੋ ਕੋਲ ਨੇ, ਦੋਨਾਂ ਚੋਂ ਇੱਕ ਨੂੰ ਮੈਦਾਨੇ ਜੰਗ ਵਿੱਚ ਭੇਜਦੇ ਆ। ਪਤਾ ਹੈ ਨਹੀਂ ਵੀ ਬਾਕੀ ਦੇ ਪਰਿਵਾਰ ਨਾਲ ਕੀ ਭਾਣਾ ਵਰਤਿਆ। ਉਹ ਨਹੀਂ ਅਜੇ ਪਤਾ ਵੀ ਉਹਦੇ ਨਾਲ ਕੀ ਹੋਇਆ। ਪਰ ਜਿਹੜੇ ਕੋਲ ਨੇ ਦੋ, ਧੰਨ ਹੈ ਤੂੰ ਵਾਹਿਗੁਰੂ ਸੱਚੇ ਪਾਤਸ਼ਾਹ, ਧੰਨ ਹੈ ਤੂੰ ਆਪਣੇ ਕੋਲੋਂ ਵੀ ਭੇਜ ਰਿਹਾ ਦੋ ਨੂੰ। ਪਹਿਲਾਂ ਬਾਬਾ ਅਜੀਤ ਸਿੰਘ ਜਾਂਦੇ ਨੇ 5 ਸਿੰਘਾਂ ਦੇ ਜਥੇ ਸਮੇਤ, ਮੈਦਾਨੇ ਜੰਗ ਵਿੱਚ ਜੂਝਦੇ ਨੇ ਜਾ ਕੇ। लो जाओ सिधारो तुम्हें करतार को सौंपा, मर जाओ या मारो तुम्हें करतार को सौंपा। ख्वाहिश है तुम्हें तेग चलाते हुए देखें, हम आँख से बरसी तुम्हें खाते हुए देखें। मैं देखना चाहना अजीत सिंह तू किन्ने क फट सहना मैदाने जंग विच जाके। ख्वाहिश है तुम्हें तेग चलाते हुए देखें, हम आँख से बरसी तुम्हें खाते हुए देखें। मैं देखना चाहना तू किन्ने क बरसियां दे फट चलदा अपने शरीर दे उपर। मैदाने जंग विच जांदे आ, आले दुआलेओं तीरां दी बाछड़ हुंदी है, शरीर बिन्निया जांदा है। मैदाने जंग विच जूझदे हुए शहादत का जाम पी जाते हैं। अगला जत्था जाता तो छोटा पुत्र भी तैयार हो जाता, बापू मैं भी अपने भरा दे कोल जाना। हुण इक्को ही बचिया कोले, उन्होंने छाती नाल लाया तो प्यार दिता, उहदा मत्था चुम्या, उहदियां अखां च अखां पाईयां, उहदे नाल गल्लां कीतियां होणगियां गुरु साहब ने, क्योंकि वापस नहीं ना मुड़ना। उत्ते मैदाने जंग में शहादत का जाम पी जाना। जदों साहबजादे शहीद होंदे आ ते उपर बैठे वेखदे ने गढ़ी दे, मैदाने जंग में अपने पुत्रां नूं जूझदियां वेखदे ने, ते फिर जयकारे छड्डदे आ। थल्ले जिहड़े सिंह ने बचे होए हिम्मत नहीं पैंदी जयकारे का जवाब दे देण अंदरों। कोई होएगा पिता दुनिया उत्ते अपने पुत्रां दे शहीद होंदियां तो किते जयकारे लाउंदा होवे, कोई मिसाल नहीं मिलती कितों। सिखा मान करिया कर अपने इतिहास उत्ते, मान करिया कर अपने गुरु उत्ते, अपने बच्चियां नूं सिੱਖੀ ਵੱਲ प्रेरित करिए। मुख ते दाड़ा सजिया होवे, सिरां ते दस्तारा होण, ਉਹ नितनेम साडी झोली विच होवे, सानू ताकत किहदी आ कोई डला देवेगा। फिर छोटे पुत्र नूं भी भेज दिंदे ने, हम देते हैं खंजर उन्हें शमशीर समझना, नेजे की जगह तुम दादा का तीर समझना, जितने भी मरे उससे उन्हें बेपीर समझना, जख्म आए होना नहीं दिलगीर समझना, जब तीर कलेजे में लगे सी नहीं कहना, उफ मुँह से मेरे पुत्र कभी भी नहीं कहना। सी नहीं कहना जे तीर भी कलेजे में लग्या, जख्म आए तो सी नहीं कहना मूँह चों। अपने पुत्रां नाल गल्लां करदे ने, उफ मुँह से मेरी जान कभी भी नहीं कहना, हाय नहीं कहना पुत जे तीर लगेगा। अपने हथी तोरिया, प्यार दिता, गलवकड़ी पाई घुट के, बस इक्को ही बचदा सी कोल, वो भी मैदाने जंग विच जूझण लई तैयार हो गया। आखिया होएगा सिखां ने गुरु साहिब नूं भी अपने दोए पुत्रां नूं लैके तुसीं निकल जावो, असीं मोर्चा संभालांगे, कहा होएगा जरूर, पर नहीं। क्यों नहीं गए? फिर लोगों ने उंगलां चुकनियां सी भी उत्थे लोगों दे पुत मरवा के अपने बचा के लै गया।
ਉਲਾਂਭਾ ਨਹੀਂ ਨਾ ਲੈਣਾ ਚਾਹੁੰਦੇ ਗੁਰੂ ਸਾਹਿਬ ਕਿਸੇ ਤੋਂ। ਤਾਕਤ ਨਹੀਂ ਸੀ ਕਿਸੇ ਦੀ ਕੋਈ ਰੋਕ ਲੈਂਦਾ। ਫਿਰ ਅੱਜ ਆ ਗੱਲਾਂ ਕਿਵੇਂ ਹੁੰਦੀਆਂ, ਅੱਜ ਆ ਇਤਿਹਾਸ ਕਿਵੇਂ ਬਣਦਾ ਜੇ ਉੱਥੋਂ ਛੱਡ ਜਾਂਦੇ। ਸ਼ਹਾਦਤ ਦਾ ਜਾਮ ਪੀ ਗਏ। ਦੂਜਾ ਸਾਹਿਬਜ਼ਾਦਾ ਵੀ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀਂਦਾ। ਫਿਰ ਸਤਿਗੁਰੂ ਜੀ ਆਪ ਤਿਆਰੀ ਕਰਦੇ ਨੇ ਮੈਦਾਨੇ ਜੰਗ ਵਿੱਚ ਜਾਣ ਦੀ। ਫਿਰ ਪੱਲਾ ਗਲ ਵਿੱਚ ਪਾਇਆ। 5 ਸਿੰਘਾਂ ਨੇ ਅਰਦਾਸ ਕੀਤੀ, ਦਾਤਿਆ ਜੇ ਮੂਲ ਰਹਿ ਗਿਆ ਟਾਹਣੀਆਂ ਹੋਰ ਫੁੱਟ ਆਉਣਗੀਆਂ। ਹੁਣ ਤੁਸੀਂ ਮੈਦਾਨੇ ਜੰਗ ਵਿੱਚ ਨਹੀਂ ਜਾਣਾ, ਤੁਸੀਂ ਇਸ ਗੜੀ ਨੂੰ ਛੱਡ ਜਾਓ। ਪਰ ਗੁਰੂ ਸਾਹਿਬ ਜਾ ਕੇ ਰਾਜੀ ਨਹੀਂ। ਉਹ ਆਪ ਮੈਦਾਨੇ ਜੰਗ ਵਿੱਚ ਜਾਣਾ ਚਾਹੁੰਦੇ ਆ, ਪਰ ਜਦ 5 ਸਿੰਘਾਂ ਦਾ ਹੁਕਮ ਹੁੰਦਾ ਤੇ ਆਪਣੀ ਕਲਗੀ ਸੰਗਤ ਸਿੰਘ ਦੇ ਸਜਾ ਕੇ ਉਹ ਚਮਕੌਰ ਦੀ ਗੜੀ ਨੂੰ ਛੱਡ ਜਾਂਦੇ ਆ। ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਜੀ ਦੇ ਨਾਲ ਨੇ। ਜਦੋਂ ਚਮਕੌਰ ਦੀ ਗੜੀ ਛੱਡਦੇ ਨੇ, ਸਤਿਗੁਰਾਂ ਨੇ ਆਪਣਾ ਜੋੜਾ ਉਤਾਰ ਦਿੱਤਾ ਤੇ ਪੈਰ ਨੰਗੇ ਆ, ਚਰਨ ਨੰਗੇ ਨੇ ਗੁਰਾਂ ਦੇ। ਉਹ ਤਾਂ ਉਤਾਰਿਆ ਕਿਉਂਕਿ ਹਨੇਰਾ ਸੀ ਤੇ ਮੈਦਾਨ ਦੇ ਵਿੱਚ ਗੁਰੂ ਦੇ ਪਿਆਰੇ ਸਿੱਖ ਸ਼ਹੀਦ ਹੋਏ ਪਏ ਸੀ, ਉਹਨਾਂ ਦੇ ਕੇਸ ਖਿਲਰੇ ਹੋਣਗੇ। ਗੁਰੂ ਸਾਹਿਬ ਨੇ ਆਪਣਾ ਜੋੜਾ ਉਤਾਰ ਦਿੱਤਾ ਵੀ ਮੇਰੇ ਚਰਨ ਜੋੜਾ ਸਮੇਤ ਉਹਨਾਂ ਦੇ ਕੇਸਾਂ 'ਤੇ ਨਾ ਟਿਕ ਜਾਣ, ਕਿਤੇ ਉਹਨਾਂ ਦੇ ਸਰੀਰ ਦੇ ਉੱਪਰ ਨਾ ਕਿਤੇ ਲੱਗ ਜਾਵੇ। ਨੰਗੇ ਚਰਨ ਫਿਰ ਚਮਕੌਰ ਦੀ ਗੜੀ ਵਿੱਚੋਂ ਬਾਹਰ ਨਿਕਲਦੇ ਆ। ਫਿਰ ਰੋਕਦੇ ਨੇ ਭਾਈ ਦਇਆ ਸਿੰਘ, ਗੁਰੂ ਜੀ ਉਹ ਅਜੀਤ ਸਿੰਘ ਦੀ ਲਾਸ਼ ਪਈ ਹੈ। ਪਿਤਾ ਜੀ ਉਹ ਦੂਜੇ ਸਾਹਿਬਜ਼ਾਦੇ ਦੀ ਲਾਸ਼ ਪਈ ਹੈ, ਆਪਾਂ ਇਹਨਾਂ 'ਤੇ ਕਫਨ ਪਾ ਚੱਲੀਏ। ਬਾਜਾਂ ਵਾਲੇ ਕਹਿੰਦੇ ਨਹੀਂ, ਇਹ ਬਾਕੀ ਵੀ ਆਪਣੇ ਪੁੱਤਰ ਹੀ ਪਏ ਨੇ ਇੱਥੇ ਮੈਦਾਨੇ ਜੰਗ ਵਿੱਚ ਜਿਹੜੇ ਸ਼ਹੀਦ ਹੋ ਗਏ, ਇਹਨਾਂ ਕੱਲਿਆਂ 'ਤੇ ਨਹੀਂ, ਜਦ ਉਹ ਪਏ ਨੇ ਤੇ ਇਹਨਾਂ ਨੂੰ ਵੀ ਪੈ ਰਹਿਣ ਦੇ। ਮਿੱਟੀ ਹੈ, ਹੁਣ ਮਿੱਟੀ ਨਾਲ ਕੀ ਗੱਲਾਂ ਕਰਨੀਆਂ ਨੇ। ਕਿਸੇ ਕਵੀ ਦੇ ਬੋਲ ਨੇ, ਗਰੀਬ ਤੋਂ ਗਰੀਬ ਮਾਪੇ ਦੁਨੀਆ 'ਤੇ ਪਏ ਨੇ, ਕਫਣੋਂ ਬਗੈਰ ਦੱਸੀ ਪੁੱਤ ਕਿਹਦੇ ਗਏ ਨੇ। ਕਹਿੰਦੇ ਕਫਣਾਂ ਤੋਂ ਬਿਨਾਂ ਕਿਸੇ ਦਾ ਪੁੱਤ ਗਿਆ ਹੋਵੇ, ਬਿਨਾਂ ਕਫਣਾਂ ਤੋਂ ਛੱਡ ਕੇ ਚਲਿਆ ਗਿਆ ਮੇਰਾ ਸਤਿਗੁਰ। ਮਾਛੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਆ। ਉਸ ਸਥਾਨ ਦੇ ਉੱਪਰ ਪਹੁੰਚਦਿਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਹੜਾ ਕੋਈ ਸਾਫ਼ ਰਸਤਾ ਸੀ ਵੀ ਉਸ ਰਸਤੇ ਕਿਤੇ ਨਿਕਲ ਗਏ ਹੋਣਗੇ। ਕੋਈ ਸਾਫ਼ ਰਸਤਾ ਨਹੀਂ, ਖਬਰ ਆ ਕਿੱਥੋਂ ਦੀ ਉਹ ਪੈਦਲ ਤੁਰ ਕੇ ਗਏ ਹੋਣਗੇ। ਕਿਵੇਂ ਗਏ ਹੋਣਗੇ? ਉਹੀ ਚਰਨ, ਉਹਨਾਂ ਦੇ ਵਿੱਚੋਂ ਲਹੂ ਛਿਮਦਾ ਹੈ ਤੇ ਸਤਿਗੁਰਾਂ ਦੇ ਬਸਤਰ ਫਟੇ ਹੋਏ ਨੇ। ਫਿਰ ਮਾਛੀਵਾੜੇ ਦੇ ਜੰਗਲਾਂ 'ਚ ਜਾਂਦੇ ਆ, ਜਿੱਥੇ ਸਤਿਗੁਰੂ ਜੀ ਦੇ ਟਿੰਡ ਦਾ ਸਰਾਣਾ ਲਾ ਕੇ ਸੌਂ ਜਾਂਦੇ ਨੇ। ਕੁਝ ਆਰਾਮ ਦੇ ਪਲ ਨੇ ਉੱਥੇ। ਤੇ ਕਵੀਆਂ ਨੇ ਇੱਥੇ ਤੱਕ ਲਿਖ ਦਿੱਤਾ, ਪੱਤਿਆਂ ਨੂੰ ਵੀ ਕਹਿਤਾ, ਹਵਾ ਨੂੰ ਵੀ ਕਹਿਤਾ ਤੂੰ ਚੱਲ ਨਾ, ਪੱਤਿਆਂ ਨੂੰ ਵੀ ਕਹਿਤਾ ਖੜਕਾ ਨਾ ਕਰਿਓ। ਇੱਥੇ ਵਾਜਾਂ ਵਾਲਾ ਸੁੱਤਾ ਪਿਆ, ਕਿਤੇ ਅੱਖ ਨਾ ਖੁੱਲ੍ਹ ਜੇ, ਆਰਾਮ ਕਰ ਲੈਣ ਦਿਓ। ਤੇ ਪੱਤਿਆਂ ਨੂੰ ਵੀ ਆਖ ਦਿੱਤਾ। ਇਹ ਚਮਕੌਰ ਸਾਹਿਬ ਦੀ ਦਾਸਤਾਨ, ਦੁਨੀਆ 'ਤੇ ਕੋਈ ਐਸਾ ਇਤਿਹਾਸ ਨਹੀਂ ਬਣਿਆ, ਨਾ ਬਣ ਸਕੇ ਜੋ ਇਤਿਹਾਸ ਸਾਡੀ ਝੋਲੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾ ਕੇ ਗਏ। ਬੜਾ ਕੀਮਤੀ ਸਾਡਾ ਇਤਿਹਾਸ ਹੈ। ਬੱਚਿਆਂ ਨੂੰ ਘਰ ਵਿੱਚ ਕਿਤਾਬਾਂ ਲਿਆ ਕੇ ਦਿਆ ਕਰੋ, ਇਸੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਣ। ਇਹ ਲਹੂ ਭੇਜਿਆ ਇਤਿਹਾਸ, ਇਹਦੇ ਕੁਝ ਸ਼ਬਦ ਸਾਡੇ ਆਪਣੇ ਹਿਰਦੇ ਵਿੱਚ ਚਲੇ ਜਾਣ, ਤਾਂ ਕਿ ਸਾਡੇ ਅੰਦਰ ਉਹੀ ਜਜ਼ਬਾ, ਉਹੀ ਭਰੋਸਾ, ਉਹੀ ਵਿਸ਼ਵਾਸ ਦੁਬਾਰਾ ਪਰਤ ਕੇ ਆ ਜਾਵੇ। ਅਸੀਂ ਗੁਰੂ ਦੇ ਦੱਸੇ ਹੋਏ ਉਸ ਮਾਰਗ 'ਤੇ ਚੱਲ ਸਕੀਏ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਉੱਥੇ ਸਿੱਖ ਤੇ ਐਂ ਕਹਿ ਕੇ ਸ਼ਹੀਦ ਹੋਏ ਨੇ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਪਿਤਾ ਜੀ ਤੁਸੀਂ ਤੇ ਇਹ ਸਮਝਾਉਂਦੇ ਹੁੰਦੇ ਸੀ ਸਾਨੂੰ ਵੀ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ।
ਤੁਸੀਂ ਤੇ ਸਾਨੂੰ ਮੌਤ ਸਮਝਾਉਂਦੇ ਹੁੰਦੇ ਸੀ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨੇਚਲ ਲੋਕ। ਤੁਸੀਂ ਤੇ ਸਾਨੂੰ ਸਮਝਾਉਂਦੇ ਸੀ ਨਿਰਭਉ ਜਪੈ ਸਗਲ ਭਉ ਮਿਟੈ। ਇਹ ਬਾਣੀ ਉਹਨਾਂ ਦੇ ਹਿਰਦੇ ਵਿੱਚ ਵਸੀ ਹੋਈ ਸੀ। ਪੁਰਾਣਾ ਇਤਿਹਾਸ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ, ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵੀ 4 ਜੰਗਾਂ ਲੜੀਆਂ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਸਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਇੱਥੇ ਆਰੇ ਚੱਲ ਚੁੱਕੇ ਸਨ ਸਰੀਰਾਂ ਤੇ, ਇੱਥੇ ਉਬਲਦਿਆਂ ਦੇਗਾਂ ਵਿੱਚ ਬੈਠ ਚੁੱਕੇ ਸਨ। ਉਹ ਇਤਿਹਾਸ ਗੁਰੂ ਕੇ ਲਾਲਾ ਨੇ ਸੁਣਿਆ ਹੋਇਆ ਸੀ, ਗੁਰੂ ਦੀ ਬਾਣੀ ਉਹਨਾਂ ਨੇ ਸੁਣੀ ਹੋਈ ਸੀ, ਗੁਰੂ ਕੇ ਸਿੰਘਾਂ ਨੇ ਇਤਿਹਾਸ ਸੁਣਿਆ ਹੋਇਆ ਸੀ, ਤਾਈਓ ਮੈਦਾਨੇ ਜੰਗ ਵਿੱਚ ਜੂਝ ਗਏ। ਸੋ ਮਾਛੀਵਾੜੇ ਤੋਂ ਅਗਲਾ ਜਿਹੜਾ ਪੰਧ ਹੈ ਉਹ ਕੱਲ੍ਹ ਨੂੰ ਅੰਮ੍ਰਿਤ ਵੇਲੇ ਵਿਚਾਰਾਂਗੇ। ਹੁਣ ਅਰਦਾਸ ਦਾ ਸਮਾਂ ਹੋ ਗਿਆ, ਕਿਉਂਕਿ ਜਿਹੜਾ ਸਵੇਰ ਦਾ ਟਾਈਮ ਸੀ ਉਹ ਬਾਬਾ ਜੀ ਨੇ ਮੈਨੂੰ ਫੋਨ ਕਰ ਦਿੱਤਾ ਸੀ, ਕਹਿੰਦੇ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ, ਇਸ ਕਰਕੇ ਸਵੇਰੇ ਨਹੀਂ ਇਹ ਵਿਚਾਰਨਾ ਸੀ। ਹੁਣ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਵਿਚਾਰਨਾ ਸੀ। ਹੁਣ ਸਮਾਂ ਅਰਦਾਸ ਦਾ ਹੋ ਗਿਆ। ਇਸ ਤੋਂ ਅੱਗੇ ਮਾਛੀਵਾੜੇ ਦੇ ਜੰਗਲਾਂ ਤੋਂ ਲੈ ਕੇ ਫਿਰ ਸਰਹੰਦ ਦਾ ਜੋ ਸਾਕਾ, ਉਹ ਆਇਓ ਅੰਮ੍ਰਿਤ ਵੇਲੇ ਇੱਥੇ ਬੈਠ ਕੇ ਵਿਚਾਰਾਂਗੇ। ਜਦੋਂ ਇਤਿਹਾਸ ਨੂੰ ਵਿਚਾਰਦੇ ਹਾਂ ਇੰਝ ਲੱਗਦਾ ਵੀ ਉਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ, ਇੰਝ ਮਹਿਸੂਸ ਹੁੰਦਾ। ਇਹ ਮਹਿਸੂਸ ਵੀ ਕਰੀਏ ਆਪਾਂ ਆਹ ਦਿਨਾਂ ਦੇ ਵਿੱਚ, ਕਿਉਂਕਿ ਸਾਡੇ ਅੰਦਰ ਇੱਕ ਸਪਿਰਿਟ ਪੈਦਾ ਕਰਦੇ ਨੇ ਇਹ ਦਿਨ। ਸਾਡਾ ਇਤਿਹਾਸ ਸਾਨੂੰ ਬੜੀ ਵੱਡੀ ਸੇਧ ਦਿੰਦਾ। ਸੋ ਬਹੁਤ ਨਿਮਰਤਾ ਸਹਿਤ ਬੇਨਤੀ ਹੈ, ਆਪਣੇ ਬੱਚਿਆਂ ਨੂੰ ਨਿਤਨੇਮ ਨਾਲ ਜੋੜੀਏ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ, ਕਿਉਂਕਿ ਸਾਡੇ ਬੱਚੇ ਜੁੜਨਗੇ। ਸਾਡੇ ਬੱਚੇ ਸਾਡੇ ਕੱਲ੍ਹ ਦਾ ਭਵਿੱਖ ਨੇ, ਇਹ ਸਾਡੀਆਂ ਨਿਸ਼ਾਨੀਆਂ ਨੇ। ਇਹਨਾਂ ਨੂੰ ਗੁਰਮਤਿ ਨਾਲ ਜੋੜੀਏ। ਆਵਾਜ਼ਾਂ ਵਾਲਿਆਂ ਦਾ ਹੱਥ ਇਹਨਾਂ ਦੇ ਸਿਰ ਤੇ ਆਵੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਦਾ ਹੱਥ ਇਹਨਾਂ ਦੇ ਸਿਰ ਤੇ ਟੇਕੇ। ਗੁਰਮਤਿ ਨਾਲ ਜੁੜਨ, ਗੁਰ ਇਤਿਹਾਸ ਨਾਲ ਜੁੜਨ। ਇੱਕ ਇੱਕ ਬੱਚਾ ਘਰ ਦਾ ਪ੍ਰਚਾਰਕ ਹੋਵੇ। ਗੋਸ਼ਟੀਆਂ ਕਰੀਏ ਬੈਠ ਕੇ, ਜਿੱਦਾਂ ਹੁਣ ਬੈਠੇ ਆ ਗੁਰਮਤਿ ਦੀਆਂ। ਇਹ ਸਾਡਾ ਪਿਛੋਕੜ ਹੈ। ਇੱਦਾਂ ਗੋਸ਼ਟੀਆਂ ਹੁੰਦੀਆਂ ਸਨ ਅੱਗੇ, ਗੁਰਮਤਿ ਵਿਚਾਰਾਂ ਹੁੰਦੀਆਂ ਸਨ ਇੱਦਾਂ ਬੈਠ ਕੇ। ਜਦੋਂ ਗੋਸ਼ਟੀਆਂ ਹੁੰਦੀਆਂ ਸਨ, ਗੁਰਮਤਿ ਦੀਆਂ ਗੱਲਾਂ ਹੁੰਦੀਆਂ ਸਨ, ਅਤੇ ਜੀਵਨ ਨੂੰ ਨਵੀਂ ਸੇਧ ਮਿਲਦੀ ਸੀ। ਅੱਜ ਸਾਡਾ ਕਲਚਰ ਬਦਲ ਗਿਆ। ਗੰਧਨ ਬੈਣ ਸੁਣੈ ਉਰਝਾਵੈ, ਨਾਮ ਲੈਤ ਅਲਕਾਇਆ। ਗੰਦੇ ਗਾਣੇ ਤੇ ਸੁਣ ਲੈਂਦੇ ਨੇ ਬੱਚੇ, ਪਰ ਜਦੋਂ ਵਾਹਿਗੁਰੂ ਦੇ ਨਾਮ ਦੀ ਗੱਲ ਆਉਂਦੀ ਹੈ ਉਦੋਂ ਆਲਸ ਪੈਦਾ ਹੋ ਜਾਂਦੀ ਹੈ ਅੰਦਰ। ਇਹ ਲਿਖੇ ਹੋਏ ਨੇ ਸ਼ਬਦ ਬਾਣੀ ਵਿੱਚ ਮਹਾਰਾਜ ਨੇ ਸਾਡੀ ਸਿੱਖਿਆ ਲਈ। ਗੰਧਨ ਵੈਣ ਸੁਣੈ ਉਰਝਾਵੈ, ਨਾਮ ਲੈਤ ਅਲਕਾਇਆ। ਮਹਾਰਾਜ ਕਹਿੰਦੇ ਜਦੋਂ ਬਾਣੀ ਦੀ ਗੱਲ ਆਉਂਦੀ ਹੈ ਉਦੋਂ ਆਲਸ ਪੈਦਾ ਹੋ ਜਾਂਦੀ ਹੈ ਸਾਡੇ ਅੰਦਰ। ਅਸੀਂ ਉੱਠ ਨਹੀਂ ਸਕਦੇ ਉਦੋਂ ਆਲਸ ਪੈਦਾ ਹੋ ਜਾਂਦੀ ਹੈ। ਜਦ ਗਾਣੇ ਸੁਣਦੇ ਹੋਣ ਉਦੋਂ ਸਾਡੇ ਅੰਦਰ ਬੜਾ ਚਾਅ ਅਤੇ ਖੇੜਾ ਪੈਦਾ ਹੋ ਜਾਂਦਾ। ਸੋ ਆਓ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਖੂਨ ਇਸ ਧਰਤੀ ਉੱਪਰ ਡੋਲ ਕੇ ਇਸ ਧਰਤੀ ਨੂੰ, ਅਤੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਮਰਜੀਵੜੇ, ਇੱਥੋਂ ਦੇ ਰਹਿਣ ਵਾਲੇ ਉਹ ਗੁਲਾਮ ਲੋਕ ਜਿਹੜੇ ਬੜੇ ਲੰਮੇ ਸਮੇਂ ਤੋਂ ਗੁਲਾਮੀ ਸਹਿੰਦੇ ਆ ਰਹੇ ਸੀ, ਉਹਨਾਂ ਦੇ ਅੰਦਰ ਆਜ਼ਾਦੀ ਦੀ ਚਿੰਗ ਪੈਦਾ ਕੀਤੀ। ਅੱਜ ਤੱਕ ਸਿੱਖ ਕੌਮ ਹਰ ਪੱਖ ਵਿੱਚ ਮੋਹਰੀ ਹੈ। ਅੱਜ ਵੀ ਮੂਹਰੇ ਹੋ ਕੇ ਪੰਜਾਬ ਤੁਰਿਆ ਹੋਇਆ ਦੇਸ਼ ਨੂੰ ਬਚਾਉਣ ਵਾਸਤੇ। ਜਿਹੜੇ ਗਲਤ ਕਾਨੂੰਨ ਸਰਕਾਰ ਨੇ ਪਾਸ ਕੀਤੇ ਨੇ, ਇੱਕ ਦੇਸ਼ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਆਪਣੇ ਮੋਢੇ 'ਤੇ, ਪੰਜਾਬੀਆਂ ਨੇ ਆਪਣੇ ਮੋਢੇ ਉੱਪਰ ਕਿੱਡੀ ਵੱਡੀ ਜ਼ਿੰਮੇਵਾਰੀ ਲਈ ਹੋਈ ਹੈ। ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਹੈ ਅੱਜ, ਕਿਉਂਕਿ ਪੰਜਾਬ ਮੂਹਰੇ ਹੋ ਕੇ ਤੁਰਿਆ ਹੋਇਆ। ਕੋਈ ਛੋਟੀ ਜ਼ਿੰਮੇਵਾਰੀ ਨਹੀਂ, ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਮੋਢਿਆਂ ਉੱਪਰ। ਅੱਜ ਜੇ ਦਿੱਲੀ ਦੀ ਦਹਿਲੀਜ਼ ਉੱਪਰ ਬੈਠਾ ਪੰਜਾਬ, ਇਹੋ ਜਿਹੇ ਭੈੜੇ ਕਾਨੂੰਨ ਨੇ। ਜੇ ਆਪਾਂ ਦੇਖੀਏ ਜਿਹੜਾ ਪਿੱਛੇ ਲੇਬਰ ਐਕਟ ਇੱਕ ਆ ਰਿਹਾ ਨਾ 12 ਘੰਟੇ ਡਿਊਟੀ ਦਾ, ਇਹ ਕਹਿੰਦੇ ਨੇ ਵੀ ਅਸੀਂ ਤੁਹਾਡੀਆਂ ਜਿਹੜੀਆਂ ਆਮਦਨਾਂ ਨੇ ਦੁੱਗਣੀਆਂ ਕਰ ਦਾਂਗੇ। ਦੁੱਗਣੀਆਂ 'ਤੇ ਕੀ ਆਮਦਨ ਰਹਿਣੀ ਹੋਈ ਨਹੀਂ। ਹੁਣ ਜਿਹੜਾ 12 ਘੰਟਿਆਂ ਦਾ ਐਕਟ ਹੈ, ਜੇ ਉਹਦੇ ਵਿੱਚ ਆਪਾਂ ਨੂੰ 600 ਰੁਪਏ ਫਰਜ਼ ਕਰ ਲਓ ਦਿਹਾੜੀ ਮਿਲਦੀ ਹੈ, 18,000 ਰੁਪਇਆ ਬਣਿਆ, ਅਤੇ ਡਿਊਟੀ 8 ਘੰਟਿਆਂ ਤੋਂ ਗੁਰਮੁਖੋ 12 ਘੰਟੇ ਹੋ ਗਈ। 4 ਘੰਟੇ ਰਹਿ ਗਏ। ਇਹਦਾ ਮਤਲਬ ਤੁਹਾਡੀ ਆਮਦਨ ਜਿਹੜੀ 600 ਨਹੀਂ ਰਹੀ, ਉਹ 300 ਹੀ ਰਹਿ ਗਈ।
ਅੱਗੇ ਤੇ 8 ਘੰਟਿਆਂ ਬਾਅਦ ਬੰਦਾ ਓਵਰ ਟਾਈਮ ਲਾਉਂਦਾ ਸੀ, ਉਹਨੂੰ ਹੋਰ ਪੈਸੇ ਮਿਲ ਜਾਂਦੇ ਆ। ਇਹ ਤੇ ਘਟ ਗਈ ਆਮਦਨ, ਵਧੀ ਨਹੀਂ ਘਟੀ ਹੈ। ਕਿੱਥੇ ਡਿਊਟੀ 8 ਘੰਟੇ, ਕਿੱਥੇ ਡਿਊਟੀ 6 ਘੰਟੇ 600 ਰੁਪਈਆ, ਕਿੱਥੇ 12 ਘੰਟਿਆਂ ਦੇ 8 ਘੰਟਿਆਂ 'ਚ 600, ਕਿੱਥੇ 12 ਘੰਟਿਆਂ 'ਚ 600। ਤੁਸੀਂ ਆਪ ਸੋਚੋ ਵੀ ਤੁਹਾਡੀ ਆਮਦਨ ਵਧੀ ਹੈ ਕਿ ਘਟੀ ਹੈ। ਇਹੀ ਕੰਮ ਸਾਡੀ ਖੇਤੀ ਉੱਪਰ ਹੈ। ਇਹਦਾ ਸਭ ਤੋਂ ਪਹਿਲਾਂ ਇਫੈਕਟ ਪੈਣਾ ਐਗਰੀਕਲਚਰ ਉੱਪਰ, ਉਸ ਤੋਂ ਬਾਅਦ ਇਫੈਕਟ ਪੈਣਾ ਜਿਹੜੇ ਨੌਕਰੀਆਂ ਕਰਦੇ ਆ, ਉਸ ਤੋਂ ਬਾਅਦ ਇਫੈਕਟ ਪੈਣਾ ਜਿਹੜੇ ਛੋਟੇ ਛੋਟੇ ਕਰਿਆਨੇ ਦੇ ਸਟੋਰ ਨੇ, ਦਿਹਾੜੀਦਾਰ ਨੇ। ਜਿਉਂ-ਜਿਉਂ ਐਕਟ ਲਾਗੂ ਹੁੰਦੇ ਜਾਣਗੇ, ਹਾਲਾਤ ਦੇਸ਼ ਦੇ ਇੰਨੇ ਬਦਤਰ ਹੋ ਜਾਣੇ ਆ, ਲੁੱਟਾਂ ਖੋਹਾਂ ਵੱਧ ਜਾਣੀਆਂ ਨੇ ਇੱਥੇ। ਇਹ ਹਾਲਾਤ ਨਹੀਂ ਰਹਿਣੇ ਮੁੜ ਕੇ, ਬਹੁਤ ਔਖਾ ਹੋ ਜਾਣਾ ਕੰਮ। ਇਸੇ ਕਰਕੇ ਤਕੜੇ ਹੋ ਕੇ ਆਪਾਂ ਨੇ ਇਹ ਜੰਗ ਨੂੰ ਵੀ ਲੜਨਾ। ਉੱਧਰੋਂ ਸ਼ਹਾਦਤਾਂ ਦੇ ਦਿਨ ਨੇ, ਗੁਰੂ ਤੋਂ ਸੇਧ ਲੈ ਕੇ, ਸਿੱਖਿਆ ਲੈ ਕੇ ਤਕੜੇ ਹੋ ਕੇ ਇਸ ਜੰਗ ਨੂੰ ਵੀ ਲੜਨਾ। ਜਿੰਨੀ ਹੋ ਸਕੇ ਵੱਧ ਤੋਂ ਵੱਧ ਹਾਜ਼ਰੀ ਹੈ ਜਿਹੜੀ, ਉਹ ਦਿੱਲੀ ਦੀ ਧਰਤੀ ਉੱਪਰ ਆਪਾਂ ਨੇ ਲਵਾਉਣੀ ਆ ਇਕੱਠਿਆਂ ਹੋ ਕੇ। ਅਤੇ ਆਹ ਦਿਹਾੜੇ ਵੀ ਸਾਡੇ ਲਈ ਸਮਾਂ ਉਹੀ ਆ ਗਿਆ, ਜਿਹੜੇ ਹਾਲਾਤ ਗੁਰੂ ਜੀ ਇੱਥੇ ਜਿਉਂ ਕੇ ਸਾਨੂੰ ਦੱਸ ਕੇ ਗਏ ਨੇ ਵੀ ਕਿੱਦਾਂ ਤੁਸੀਂ ਔਖੇ ਅਤੇ ਸੌਖੇ ਸਮਿਆਂ ਦੇ ਵਿੱਚ ਜਿਹੜਾ ਜੀਵਨ ਦੇ ਵਿੱਚ ਵਿਚਰਨਾ। ਸੋ ਆਓ ਉਹਨਾਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਆਓ ਕੁਝ ਲਾਈਨਾਂ ਆਪਾਂ ਗਾਈਏ ਸਾਰੇ ਜਾਣੇ ਰਲ ਕੇ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਬੋਲੋ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਆਓ ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਬਖਸ਼ਣਯੋਗ ਨੇ ਅਤੇ ਸਮੁੱਚੀ ਸੰਗਤ ਹੈ ਜਿਹੜੀ ਉਹ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ। ਕੋਟਾਨ ਕੋਟ ਧੰਨਵਾਦ ਸੰਗਤਾਂ ਦਾ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰੇ ਦੇ ਰਹੇ ਨੇ। ਆਓ ਆਨੰਦ ਸਾਹਿਬ ਦੀਆਂ 6 ਪੌੜੀਆਂ ਤੋਂ ਬਾਅਦ ਅਰਦਾਸਾਂ ਵਿੱਚ ਸ਼ਾਮਲ ਹੋਈਏ ਜੀ।